ਸਤਿ ਸ਼੍ਰੀ ਅਕਾਲ ਦੋਸਤੋ, ਰੇਸ ਅਕੈਡਮੀ ਆਫੀਸ਼ੀਅਲ 'ਤੇ ਤੁਹਾਡਾ ਬਹੁਤ ਸਵਾਗਤ ਹੈ। ਆਪਾਂ ਮਿਕਸ ਜੀਕੇ ਦੀ ਜੋ ਮੌਕ ਟੈਸਟ ਸੀਰੀਜ਼ ਸਟਾਰਟ ਕੀਤੀ ਹੋਈ ਹੈ ਉਹਦਾ ਅਗਲਾ ਸੈਸ਼ਨ ਕੰਟੀਨਿਊ ਕਰਾਂਗੇ। ਤਾਂ ਜੋ ਆਪਾਂ ਪਹਿਲਾਂ ਵਾਲੀਆਂ ਮਤਲਬ ਜਿਹੜੇ ਮੌਕ ਟੈਸਟ 1 2 3 ਅਪਲੋਡ ਕੀਤੇ ਨੇ ਤਾਂ ਉਹਦਾ ਰਿਸਪੌਂਸ ਆ ਜਿਹੜਾ ਬਹੁਤ ਵਧੀਆ ਹੈ ਅਤੇ ਤੁਸੀਂ ਬਹੁਤ ਚੰਗੇ ਤਰੀਕੇ ਦੇ ਨਾਲ ਪੜ੍ਹ ਰਹੇ ਹੋ ਅਤੇ ਲੈਕਚਰਸ ਨੂੰ ਸੁਣ ਰਹੇ ਹੋ ਅਤੇ ਆਪਦੇ ਚੰਗੇ ਕਮੈਂਟਸ ਨੇ ਜਿਹੜੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਦੇ ਰਹੇ ਹੋ। ਤਾਂ ਤੁਹਾਡਾ ਬਹੁਤ ਧੰਨਵਾਦ। ਮੇਰੀ ਕੋਸ਼ਿਸ਼ ਇਹ ਹੈ ਕਿ ਜਦੋਂ ਤੱਕ ਤੁਹਾਡਾ ਪੇਪਰ ਮਤਲਬ ਜਿਹੜੇ ਚੱਲ ਰਹੇ ਨੇ ਪੰਜਾਬ ਦੇ ਨਾਲ ਸੰਬੰਧਿਤ ਕਿ ਇੰਨੀ ਕੁ ਜ਼ਿਆਦਾ ਤੁਹਾਨੂੰ ਰਿਵੀਜ਼ਨ ਅਤੇ ਰੈਪੀਟੀਸ਼ਨ ਕਰਵਾ ਦੇਵਾਂ ਕਿ ਤੁਸੀਂ ਪੇਪਰ ਦੇ ਵਿੱਚ ਇੰਨੇ ਕੁ ਕੌਨਫੀਡੈਂਸ ਦੇ ਨਾਲ ਬੈਠੋ ਕਿ ਤੁਹਾਨੂੰ ਐਂ ਲੱਗੇ ਵੀ ਪੇਪਰ ਅਸੀਂ ਪੂਰਾ ਸੋਲਵ ਕਰਾਂਗੇ। ਠੀਕ ਹੈ ਜੀ। ਤਾਂ ਮੈਂ ਕੋਈ ਵੀ ਇਸ ਤਰ੍ਹਾਂ ਦੇ ਕੁਐਸਚਨਸ ਨਹੀਂ ਕਰਾਊਂਗਾ ਜਿਹੜੇ ਪੇਪਰ ਦੇ ਵਿੱਚ ਨਹੀਂ ਆਉਂਦੇ। ਆਪਾਂ ਕੋਈ ਡੀਪ ਇਹੋ ਜਿਹਾ ਨਹੀਂ ਪੜ੍ਹਨਾ ਵੀ ਜਿਹੜਾ ਪੇਪਰ ਦੇ ਨਾਲ ਆਪਣਾ ਨੂੰ ਕੋਈ ਮਤਲਬ ਨਹੀਂ ਰੱਖਦਾ। ਠੀਕ ਹੈ ਜੀ। ਆਪਾਂ ਸਮਾਰਟਲੀ ਪੜ੍ਹਨਾ ਹੈ ਅਤੇ ਮਿਹਨਤ ਦੇ ਨਾਲ ਪੜ੍ਹਨਾ ਹੈ। ਠੀਕ ਹੈ ਜੀ। ਪ੍ਰੀਵੀਅਸ ਈਅਰ ਕੁਐਸਚਨਸ ਚੱਕ ਕੇ ਸਾਰੇ ਰਿਵੀਜ਼ਨ ਕਰਨੀ ਹੈ ਅਤੇ ਰਿਪੀਟ ਕਰਨਾ ਹੈ। ਠੀਕ ਹੈ ਜੀ। ਤਾਂ ਥਿਊਰੀ ਜਿਹਨਾਂ ਬੱਚਿਆਂ ਨੇ ਪੜ੍ਹੀ ਹੋਈ ਹੈ ਵੈਲ ਐਂਡ ਗੁੱਡ ਹੈ। ਉਦੋਂ ਬਾਅਦ ਉਹ ਮੌਕ ਟੈਸਟ ਜ਼ਰੂਰ ਲਾਇਆ ਕਰਨ। ਠੀਕ ਹੈ ਜੀ। ਅਤੇ ਚੱਲਦੇ ਹਾਂ ਆਪਾਂ ਪਹਿਲੇ ਕੁਐਸਚਨ ਦੇ ਵੱਲ। ਆਰਟੀਕਲ 368 ਆਰਟੀਕਲ 368 ਅੰਡਰ ਵਿਚ ਪਾਰਟ। ਦੇਖੋ ਜੀ, ਆਰਟੀਕਲ ਜਿਹੜਾ 368 ਹੈ ਇਹਨੇ ਕੁਐਸਚਨ ਪੁੱਛਿਆ ਕਿਹੜੇ ਪਾਰਟ ਦੇ ਅਧੀਨ ਆਉਂਦਾ ਜੀ। ਤਾਂ ਤੁਸੀਂ ਇਹਦਾ ਜਿਹੜਾ ਸਹੀ ਜਵਾਬ ਲਾਓਗੇ ਤਾਂ ਉਹਦਾ ਕੀ ਆ ਜਾਊਗਾ ਜੀ, ਪਾਰਟ 20 ਲਾਓਗੇ ਜੀ। ਪਹਿਲੀ ਆਪਸ਼ਨ ਇਹਦਾ ਕੀ ਹੈ ਜੀ, ਸਹੀ ਆਨਸਰ ਹੈ। ਠੀਕ ਹੈ ਜੀ ਗੱਲ। ਤਾਂ ਤੁਹਾਨੂੰ ਮੈਂ ਪਾਰਟ 20 ਬਾਰੇ ਦੱਸ ਦਿੰਦਾ ਜੀ। ਪਾਰਟ 20 ਦੇ ਵਿੱਚ ਕੀ ਦੱਸਿਆ ਹੋਇਆ ਜੀ, ਅਮੈਂਡਮੈਂਟ ਪ੍ਰੋਸੀਜਰ ਦੇ ਬਾਰੇ ਦੱਸਿਆ ਹੋਇਆ ਜੀ, ਜਿਹੜਾ ਕਿ ਕਿਹੜਾ ਆਰਟੀਕਲ ਦੱਸਦਾ ਜੀ ਸਾਨੂੰ ਅਮੈਂਡਮੈਂਟ ਦੇ ਬਾਰੇ। ਤਾਂ ਉਹ ਆਰਟੀਕਲ 368 ਦੱਸਦਾ। ਅਮੈਂਡਮੈਂਟਸ ਆਪਾਂ ਕੀ ਹੈ ਜੀ ਕਿਤੋਂ ਲਈਆਂ ਹੋਈਆਂ ਨੇ ਜੀ, ਸਾਊਥ ਅਫਰੀਕਾ ਤੋਂ ਲਈਆਂ ਹੋਈਆਂ ਨੇ। ਠੀਕ ਹੈ ਜੀ ਗੱਲ। ਧਿਆਨ ਰੱਖੋਗੇ ਪੇਪਰ 'ਚ ਪੁੱਛ ਲੈਂਦੇ ਆ ਪਾਰਟ 20 ਦੇ ਵਿੱਚ ਕਿੰਨੇ ਆਰਟੀਕਲ ਨੇ। ਤਾਂ ਬੱਚੇ ਕਨਫਿਊਜ਼ ਹੋ ਜਾਂਦੇ ਨੇ। ਸਿਰਫ ਅਤੇ ਸਿਰਫ ਇੱਕੋ ਹੀ ਆਰਟੀਕਲ ਹੈ ਜੀ ਕਿਹਦੇ ਵਿੱਚ, ਪਾਰਟ 20 ਦੇ ਵਿੱਚ। ਧਿਆਨ ਰੱਖੋਗੇ ਆਰਟੀਕਲ 368 ਜੀ। ਠੀਕ ਹੈ। ਅਮੈਂਡਮੈਂਟ ਆਪਾਂ ਕਿਤੋਂ ਲਈ ਹੈ ਜੀ, ਸਾਊਥ ਅਫਰੀਕਾ ਤੋਂ ਲਈ ਹੈ। ਇਸੇ ਤਰ੍ਹਾਂ ਹੀ ਆਪਾਂ ਆਪਦਾ ਕੌਨਸਟੀਟਿਊਸ਼ਨ ਹੈ ਜਿਹੜਾ ਉਹ ਕਾਫੀ ਮਤਲਬ ਕੰਟਰੀਜ਼ ਤੋਂ ਬੋਰੋ ਕੀਤਾ ਹੋਇਆ। ਠੀਕ ਹੈ ਜੀ ਗੱਲ। ਤਾਂ ਆਪਾਂ ਥੋੜ੍ਹਾ ਜਿਹਾ ਯਾਦ ਕਰ ਲੈਂਦੇ ਹਾਂ। USA ਤੋਂ ਅਸੀਂ ਕੀ ਲਿਆ ਜੀ, ਪ੍ਰੈਂਬਲ ਲਿਆ ਜੀ। ਠੀਕ ਹੈ। ਫੰਡਾਮੈਂਟਲ ਰਾਈਟਸ ਲਏ ਨੇ ਜੀ। ਠੀਕ ਹੈ। ਅਤੇ ਜੁਡੀਸ਼ੀਅਲ ਰਿਵਿਊ ਲਿਆ ਜੀ। ਫੰਕਸ਼ਨ ਆਫ ਪ੍ਰੈਜ਼ੀਡੈਂਟ ਲਿਆ ਜੀ। ਇਹ ਸਾਰੇ ਕਿਤੋਂ ਲਏ ਨੇ ਜੀ, USA ਤੋਂ ਲਿਆ। ਅਤੇ ਇੱਕ ਹੋਰ ਕੀ ਲਿਆ ਜੀ USA ਤੋਂ, ਰਿਟਨ ਕੌਨਸਟੀਟਿਊਸ਼ਨ ਵੀ ਆਪਾਂ ਕੀ ਲਿਆ ਜੀ, USA ਤੋਂ ਲਿਆ। ਸਭ ਤੋਂ ਵੱਡਾ ਲਿਖਤੀ ਸੰਵਿਧਾਨ ਕਿਹੜੇ ਦੇਸ਼ ਦਾ, ਤੁਸੀਂ ਕਹੋਗੇ ਜੀ ਇੰਡੀਆ ਦਾ। ਸਾਰਿਆਂ ਨਾਲੋਂ ਪਹਿਲਾ ਲਿਖਤੀ ਸੰਵਿਧਾਨ ਪੇਪਰ 'ਚ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ USA ਦਾ। ਕਿਹੜੀ ਕੰਟਰੀ ਦਾ ਸੰਵਿਧਾਨ ਆ ਜਿਹੜਾ ਉਹ ਅਨਰਿਟਨ ਹੈ, ਤੁਸੀਂ ਕਹੋਗੇ ਜੀ UK ਦਾ ਜਾਂ ਬ੍ਰਿਟੇਨ ਲਿਖਿਆ ਆ ਸਕਦਾ ਹੈ। ਧਿਆਨ ਰੱਖਿਓ 5 ਤੋਂ 7 ਕੁਐਸਚਨ ਮੈਂ ਤੁਹਾਨੂੰ ਦੱਸ ਚੁੱਕਿਆ। ਹੋਰ ਆਪਾਂ ਡਿਸਕਸ਼ਨ ਕਰ ਲੈਂਦੇ ਹਾਂ। ਤੁਹਾਨੂੰ ਜੇ ਪੇਪਰ ਦੇ ਵਿੱਚ ਪੁੱਛ ਲੈਣ ਕਿ ਸੰਵਿਧਾਨ ਦੇ ਵਿੱਚ ਕਿੰਨੇ ਆਰਟੀਕਲਸ ਨੇ ਤਾਂ ਤੁਸੀਂ 395 ਲਾਉਣੇ ਨੇ। ਦੇਖੋ ਕਿਉਂਕਿ ਹੁਣ ਅਮੈਂਡਮੈਂਟਸ ਦੇ ਨਾਲ ਕੀ ਹੈ ਜੀ, ਕਈ ਨਵੇਂ ਆਰਟੀਕਲਸ ਨੇ ਜਿਹੜੇ ਉਹ ਜੁੜ ਗਏ ਨੇ। ਮਤਲਬ ਐਟ ਪ੍ਰੈਜ਼ੈਂਟ ਜਿਹੜੀਆਂ ਕਿਤਾਬਾਂ ਦੇ ਵਿੱਚ ਆਉਂਦਾ ਉਹ 448 ਆਉਂਦਾ। ਠੀਕ ਹੈ ਜੀ ਗੱਲ। ਉਹ ਤੁਸੀਂ ਉਸ ਹਿਸਾਬ ਨਾਲ ਲਾ ਦੋਗੇ ਪਰ ਆਪਾਂ 395 ਪੜ੍ਹਦੇ ਹੁੰਦੇ ਹਾਂ। ਠੀਕ ਹੈ ਜੀ ਗੱਲ। ਅਤੇ ਤੁਹਾਡੇ ਹੁਣ ਮਤਲਬ ਪਾਰਟ ਵੀ ਤੁਹਾਡੇ 25 ਹੋ ਗਏ ਮੇ ਬੀ ਸ਼ਾਇਦ, ਅਤੇ 12 ਸ਼ਡਿਊਲ ਨੇ। ਠੀਕ ਹੈ ਜੀ ਗੱਲ। ਤਾਂ 395 ਸ਼ੁਰੂ ਦੇ ਵਿੱਚ ਸੀਗੇ ਅਤੇ 8 ਪਾਰਟ ਸੀਗੇ। ਠੀਕ ਹੈ ਜੀ ਗੱਲ। ਅਤੇ ਪਾਰਟ 22 ਸੀਗੇ। ਠੀਕ ਹੈ ਜੀ ਗੱਲ। ਯਾਦ ਰੱਖੋਗੇ। ਹੁਣ ਆਪਾਂ ਕੀ ਯਾਦ ਕਰਨਾ ਹੈ ਜੀ, ਤੁਹਾਨੂੰ ਪਹਿਲੇ 3-4 ਪਾਰਟਸ ਨੇ ਜਿਹੜੇ ਉਹ ਪ੍ਰੋਪਰ ਆਉਣੇ ਚਾਹੀਦੇ ਨੇ। ਪਾਰਟ ਪਹਿਲਾ ਪੇਪਰ 'ਚ ਪੁੱਛ ਲੈਂਦੇ ਆ ਕਿੰਨੇ ਤੋਂ ਕਿੰਨੇ ਆਰਟੀਕਲ ਤੱਕ ਵੇਰੀ ਕਰਦਾ, ਮਤਲਬ ਆਰਟੀਕਲ ਕਿੰਨੇ ਤੋਂ ਕਿੰਨੇ ਤੱਕ ਨੇ ਜਿਹੜੇ ਉਹ ਪਾਰਟ ਫਸਟ ਦੇ ਵਿੱਚ ਆਉਂਦੇ ਆ। ਤੁਸੀਂ ਕਹੋਗੇ ਜੀ 1 ਤੋਂ ਲੈ ਕੇ 4 ਤੱਕ ਪਾਰਟ ਪਹਿਲਾ ਜੀ। ਪਾਰਟ 2 ਪੇਪਰ 'ਚ ਪੁੱਛ ਲੈਣ ਆਰਟੀਕਲ ਕਿੱਥੋਂ ਤੋਂ ਕਿੱਥੋਂ ਤੱਕ ਨੇ, ਤੁਸੀਂ ਕਹੋਗੇ ਜੀ 5 ਤੋਂ 12 ਤੱਕ ਨੇ ਜੀ। ਪਾਰਟ 3 ਹੈ ਜਿਹੜਾ ਉਹ ਕਿਹੜੇ ਆਰਟੀਕਲ ਤੋਂ ਕਿੱਥੋਂ ਤੱਕ ਚੱਲਦਾ ਜੀ, 12 ਤੋਂ 35 ਤੱਕ ਪਾਰਟ ਹੈ ਜਿਹੜਾ ਉਹ 3 ਹੈ ਜੀ। ਠੀਕ ਹੈ ਜੀ ਗੱਲ। ਪਾਰਟ 1 ਦੇ ਵਿੱਚ ਕੀ ਲਿਖਿਆ ਹੋਇਆ, ਬੇਸਿਕਲੀ ਨੇਮ ਆਫ ਸਟੇਟਸ, ਮਤਲਬ ਤੁਸੀਂ ਸਟੇਟਸ ਨਵੀਆਂ ਬਣਾ ਸਕਦੇ ਹੋ। ਠੀਕ ਹੈ ਜੀ ਗੱਲ। ਇਹ ਸਾਰੀਆਂ ਗੱਲਾਂ ਕਿਹਦੇ ਵਿੱਚ ਲਿਖੀਆਂ ਹੋਈਆਂ ਨੇਗੀਆਂ, ਪਾਰਟ 1 ਦੇ ਵਿੱਚ ਲਿਖੀਆਂ ਹੋਈਆਂ, ਜਿਹੜੇ ਕਿ 1 ਤੋਂ ਲੈ ਕੇ 4 ਆਰਟੀਕਲ ਤੱਕ ਹੈ ਜੀ। ਠੀਕ ਹੈ। ਪਾਰਟ 2 ਦੇ ਵਿੱਚ ਕੀ ਹੈ ਜੀ, 5 ਤੋਂ 12 ਨੰਬਰ ਆਰਟੀਕਲ ਨੇ ਜੀ। ਠੀਕ ਹੈ। ਅਤੇ ਗੱਲ ਕਿਹਦੀ ਕਰਦਾ ਜੀ, ਇਹ ਸਿਟੀਜ਼ਨਸ਼ਿਪ ਦੀ, ਜਿਹਨੂੰ ਆਪਾਂ ਕਹਿੰਦੇ ਨੇ ਜੀ ਨਾਗਰਿਕਤਾ। ਠੀਕ ਹੈ ਜੀ ਗੱਲ। ਭਾਰਤ ਦੇ ਵਿੱਚ ਪੁੱਛ ਲੈਂਦੇ ਨੇ ਜੀ ਕਿਹੜੀ ਨਾਗਰਿਕਤਾ, ਤੁਸੀਂ ਕਹੋਗੇ ਜੀ ਸਿੰਗਲ ਸਿਟੀਜ਼ਨਸ਼ਿਪ ਹੈ। ਸਿੰਗਲ ਸਿਟੀਜ਼ਨਸ਼ਿਪ ਦਾ ਆਪਾਂ ਕੌਨਸੈਪਟ ਕਿਤੋਂ ਲਿਆ ਜੀ, ਬ੍ਰਿਟੇਨ ਤੋਂ ਲਿਆ। ਇਹ ਗੱਲ ਤੁਸੀਂ ਭੁੱਲਣੀ ਨਹੀਂ ਹੈਗੀ। ਪਾਰਟ 3 ਹੈ ਜਿਹੜਾ ਉਹ ਆਰਟੀਕਲ 12 ਤੋਂ 35 ਹੈ ਜੀ। ਸੁਪਰ ਇੰਪੋਰਟੈਂਟ ਹੈ ਜੀ। ਇਹਦਾ ਇਕੱਲਾ ਆਰਟੀਕਲ ਤੁਹਾਡੇ ਯਾਦ ਹੋਣਾ ਚਾਹੀਦਾ ਜੀ। ਫੰਡਾਮੈਂਟਲ ਰਾਈਟਸ ਜਿਹੜੇ ਕਿ ਆਪਾਂ ਕਿਤੋਂ ਲਏ ਆ ਜੀ, USA ਤੋਂ ਲਏ ਆ। ਟੋਟਲ ਆਪਣੇ ਕਿੰਨੇ ਫੰਡਾਮੈਂਟਲ ਰਾਈਟਸ ਨੇ ਜੀ, 6। ਠੀਕ ਹੈ ਜੀ ਗੱਲ। ਪਹਿਲਾਂ ਕਿੰਨੇ ਹੁੰਦੇ ਸੀਗੇ ਜੀ, 7। ਠੀਕ ਹੈ ਜੀ ਗੱਲ। ਅਤੇ ਪਾਰਟ 4 ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲੈਣ ਤਾਂ ਪਾਰਟ 4 ਦੇ ਵਿੱਚ ਕੀ ਦੱਸਿਆ ਹੋਇਆ ਜੀ। ਤਾਂ ਪਾਰਟ 4 ਹੈ ਜਿਹੜਾ ਉਹ ਕਿੱਥੋਂ ਤੋਂ ਕਿੱਥੋਂ ਹੈ ਜੀ, 36 ਤੋਂ 51 ਨੰਬਰ
ਆਰਟੀਕਲ ਨੇ ਜਿਹੜੇ ਉਹ ਪਾਰਟ 4 ਦੇ ਵਿੱਚ ਆਉਂਦੇ ਨੇ। ਇਹਦੇ ਵਿੱਚ ਕੀ ਗੱਲ ਕਰਦਾ ਜੀ, DPSP ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਰਾਜ ਦੇ ਨਿਰਦੇਸ਼ਿਕ ਸਿਧਾਂਤ, ਜਿਹੜੇ ਕਿ ਆਪਾਂ ਕੀ ਤੋਂ ਲਏ ਆ ਜੀ, ਆਇਰਲੈਂਡ ਤੋਂ ਲਏ ਆ। ਪੇਪਰ 'ਚ ਪੁੱਛ ਲੈਣ ਆਇਰਲੈਂਡ ਨੇ ਗਾਹਾਂ ਕੀ ਤੋਂ ਲਿਆ ਜੀ, ਤੁਸੀਂ ਕਹੋਗੇ ਜੀ ਸਪੇਨ ਤੋਂ ਲਏ ਨੇ। ਆਇਰਲੈਂਡ ਦੀ ਰਾਜਧਾਨੀ ਪੁੱਛ ਲੈਣ, ਤੁਸੀਂ ਕਹੋਗੇ ਜੀ ਡਬਲਿਨ ਹੈ। ਸਪੇਨ ਦੀ ਰਾਜਧਾਨੀ ਪੁੱਛ ਲੈਣ, ਤੁਸੀਂ ਕਹੋਗੇ ਜੀ ਮੈਡਰਿਡ ਹੈ। ਕਲੀਅਰ ਹੈ ਜੀ। ਤਾਂ ਸਾਰੀਆਂ ਗੱਲਾਂ ਇਹ ਧਿਆਨ ਦੇ ਵਿੱਚ ਰੱਖੋਗੇ। ਸਾਡੇ ਸੰਵਿਧਾਨ ਨੂੰ ਬਣਨ ਦੇ ਵਿੱਚ ਕਿੰਨਾ ਸਮਾਂ ਲੱਗਿਆ, ਤੁਸੀਂ ਕਹੋਗੇ ਜੀ 2 ਸਾਲ ਲੱਗੇ ਨੇ, 11 ਮਹੀਨੇ ਲੱਗੇ ਨੇ ਤੇ 18 ਦਿਨ ਲੱਗੇ ਨੇ। ਠੀਕ ਹੈ ਜੀ ਗੱਲ। ਪੇਪਰ ਦੇ ਵਿੱਚ ਪੁੱਛ ਲੈਣਗੇ ਸੰਵਿਧਾਨ ਦੇ ਟੋਟਲ ਮਤਲਬ ਓਰੀਜਨਲ ਕੌਂਸਟੀਟਿਊਸ਼ਨ ਦੇ ਕਿੰਨੇ ਪੇਜ ਨੇ, ਤਾਂ ਤੁਸੀਂ ਕਹੋਗੇ ਜੀ 232 ਪੇਜ ਨੇ। ਠੀਕ ਹੈ। ਤਾਂ ਧਿਆਨ ਰੱਖਿਓ, ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਨੇ। ਤਾਂ ਇਹ ਗੱਲ ਸਾਰੀ ਪੱਲੇ ਬੰਨ੍ਹ ਲਿਓ, ਤਾਂ ਪਾਰਟ 20 ਆ ਜੂਗਾ ਜੀ ਜਿਹੜਾ ਇਹਦਾ ਸਹੀ ਆਨਸਰ ਆ ਜੂਗਾ। ਵਿਚ ਸ਼ਡਿਊਲ ਰਿਪਰੈਜ਼ੈਂਟਸ ਅਬਾਊਟ ਲੈਂਗੁਏਜਸ, ਲੈਂਗੁਏਜ ਦਾ ਵੇਰਵਾ ਜਿਹੜਾ ਪਾਇਆ ਹੋਇਆ ਹੈ ਉਹ ਕਿਹੜੇ ਸ਼ਡਿਊਲ ਦੇ ਵਿੱਚ ਪਾਇਆ ਹੋਇਆ ਹੈ। ਤਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਮਝਾ ਦਿੰਦਾ ਸ਼ਡਿਊਲ ਦੇ ਬਾਰੇ, ਫਿਰ ਆਪਾਂ ਕੁਐਸਚਨ ਦਾ ਆਨਸਰ ਲਾਵਾਂਗੇ, ਤੁਸੀਂ ਆਟੋਮੈਟਿਕਲੀ ਆਨਸਰ ਦਿਓਗੇ। ਤੁਹਾਨੂੰ ਮੈਂ ਪਹਿਲੀ ਗੱਲ ਦੱਸਾਂ ਜੀ, ਪਹਿਲਾ ਸ਼ਡਿਊਲ ਕਿੰਨੇ ਹੁੰਦੇ ਸੀ ਜੀ, 8 ਹੁੰਦੇ ਸੀ, ਹੁਣ ਕਿੰਨੇ ਹੋ ਗਏ, 12 ਹੋ ਗਏ। ਤਾਂ ਮੈਂ ਥੋੜ੍ਹਾ ਸਮਝਾ ਦਿੰਦਾ। ਇਹ ਸ਼ਡਿਊਲ ਪਹਿਲਾ ਕਿਹਦੀ ਗੱਲ ਕਰਦਾ ਜੀ, ਨੇਮ ਆਫ ਸਟੇਟਸ ਐਂਡ ਡਿਊਟੀਜ਼ ਵਗੈਰਾ। ਠੀਕ ਹੈ ਜੀ ਗੱਲ। ਦੂਜੇ ਦੇ ਵਿੱਚ ਕੀ ਆ ਜਾਂਦਾ ਜੀ, ਸੈਲਰੀਜ਼ ਐਂਡ ਠੀਕ ਹੈ ਜੀ, ਸੈਲਰੀਜ਼ ਐਂਡ ਇਮੋਲੂਮੈਂਟਸ ਆ ਜਾਂਦੇ ਸ਼ਡਿਊਲ 2 ਦੇ ਵਿੱਚ। ਥਰਡ ਦੇ ਵਿੱਚ ਕੀ ਆ ਜਾਂਦਾ ਜੀ, ਓਥਸ, ਸੌਹਾਂ ਵਗੈਰਾ ਆ ਜਾਂਦੀਆਂ ਨੇ ਜੀ। ਠੀਕ ਹੈ। ਚੌਥੇ ਦੇ ਵਿੱਚ ਕੀ ਆ ਜਾਂਦਾ ਜੀ ਤੁਹਾਡਾ, ਐਲੋਕੇਸ਼ਨ ਆਫ ਸੀਟਸ ਇਨ ਰਾਜ ਸਭਾ, ਐਲੋਕੇਸ਼ਨ ਆਫ ਸੀਟਸ ਇਨ ਰਾਜ ਸਭਾ ਚੌਥੇ ਸ਼ਡਿਊਲ ਦੇ ਵਿੱਚ ਆ ਜਾਂਦਾ ਜੀ। ਪੰਜਵੇਂ ਸ਼ਡਿਊਲ ਦੇ ਵਿੱਚ ਕੀ ਆ ਜਾਂਦਾ ਜੀ, ਐਡਮਿਨਿਸਟ੍ਰੇਸ਼ਨ ਐਂਡ ਕੰਟਰੋਲ ਆਫ ਸ਼ਡਿਊਲ ਏਰੀਆਜ਼ ਐਂਡ ਸ਼ਡਿਊਲ ਟਰਾਈਬਸ। ਛੇਵੇਂ ਦੇ ਵਿੱਚ ਕੀ ਆ ਜਾਂਦਾ ਜੀ ਤੁਹਾਡਾ, ਨਾਰਦਰਨ ਈਸਟਰਨ ਸਟੇਟਸ ਦੇ ਬਾਰੇ ਲਿਖਿਆ ਹੋਇਆ ਜੀ। ਠੀਕ ਹੈ। ਨਾਰਦਰਨ ਈਸਟਰਨ ਸਟੇਟਸ ਕਿਹੜੀਆਂ ਜੀ, ਅਸਾਮ, ਤ੍ਰਿਪੁਰਾ, ਮੇਘਾਲਿਆ ਤੇ ਮਿਜ਼ੋਰਮ। ਪਹਿਲਾਂ ਮੈਂ ਤੁਹਾਨੂੰ 6 ਦੀ ਟ੍ਰਿਕ ਦੱਸ ਦਿੰਦਾ ਜੀ ਦੇਸੀ ਭਾਸ਼ਾ ਦੇ ਵਿੱਚ। ਜਿਵੇਂ ਆਪਣੇ ਕੋਈ ਘਰ ਦੇ ਵਿੱਚ ਨਵਾਂ ਮੈਂਬਰ ਆਉਂਦਾ, ਆਪਾਂ ਕਹਿੰਦੇ ਕੋਈ ਬੱਚਾ ਜਨਮ ਲੈਂਦਾ, ਤਾਂ ਆਪਾਂ ਸਾਰਿਆਂ ਤੋਂ ਪਹਿਲਾਂ ਆਪਾਂ ਉਹਦਾ ਕੀ ਕਰਦੇ ਹਾਂ, ਨੇਮ ਰੱਖਦੇ ਹਾਂ। ਤਾਂ ਪਹਿਲਾ ਸ਼ਡਿਊਲ ਕੀ ਹੋ ਗਿਆ ਜੀ, ਨੇਮ ਤੇ ਸਟੇਟਸ ਦੀ ਗੱਲ ਕਰੂਗਾ। ਦੂਜੇ ਸ਼ਡਿਊਲ ਦੇ ਵਿੱਚ ਹੁਣ ਉਹ ਬੱਚਾ ਥੋੜ੍ਹਾ ਜਿਹਾ ਵੱਡਾ ਵੀ ਹੁੰਦਾ ਹੈ, ਅਤੇ ਉਦੋਂ ਬਾਅਦ ਉਹ ਵੱਡਾ ਹੋ ਕੇ ਥੋੜ੍ਹੇ ਜਿਹੇ ਆਪਣੇ ਤੋਂ ਪੈਸੇ ਮੰਗਣ ਲੱਗ ਜਾਂਦਾ। ਠੀਕ ਹੈ ਜੀ ਗੱਲ। ਤਾਂ ਦੂਜੀ ਸਟੇਜ ਕਾਹਦੀ ਆ ਜਾਂਦੀ ਹੈ ਜੀ, ਸੈਲਰੀ ਦੀ ਆ ਜਾਂਦੀ ਹੈ। ਅਤੇ ਇਸੇ ਤਰ੍ਹਾਂ ਕੀ ਕੀਤੀਆਂ ਜਾਂਦੀਆਂ ਜੀ, ਸੈਲਰੀਜ਼ ਐਂਡ ਇਮੋਲੂਮੈਂਟਸ ਦਿੱਤੀਆਂ ਜਾਂਦੀਆਂ ਨੇ। ਠੀਕ ਹੈ। ਉਦੋਂ ਬਾਅਦ ਉਹ ਬੱਚਾ ਥੋੜ੍ਹਾ ਜਿਹਾ ਵੱਡਾ ਹੋ ਜਾਂਦਾ। ਉਦੋਂ ਬਾਅਦ ਆਪਾਂ ਕੀ ਕਰਦੇ ਹਾਂ ਜੀ, ਉਹਨੂੰ ਉਹ ਤੋਂ ਸਹੁੰ ਚੁਕਾ ਲੈਂਦੇ ਹਾਂ ਵੀ ਮਤਲਬ ਤੂੰ ਇਹ ਪੈਸੇ ਆ ਜਿਹੜੇ ਉਹ ਮਤਲਬ ਉਹਨਾਂ ਦੀ ਦੁਰਵਰਤੋਂ ਨਹੀਂ ਕਰਨੀ। ਤਾਂ ਸਹੁੰ ਚੁਕਾ ਲੈਂਦੇ ਜੀ ਕਿਹੜੇ ਸ਼ਡਿਊਲ ਦੇ ਵਿੱਚ, ਤੀਜੇ ਸ਼ਡਿਊਲ ਦੇ ਵਿੱਚ। ਚੌਥੇ ਸ਼ਡਿਊਲ ਦੇ ਵਿੱਚ ਜਾ ਕੇ ਬੱਚਾ ਥੋੜ੍ਹਾ ਜਿਹਾ ਹੋਰ ਵੱਡਾ ਹੋ ਜਾਂਦਾ, ਉਹਨੂੰ ਆਪਾਂ ਕੀ ਕਰ ਦਿੰਦੇ ਹਾਂ ਜੀ, ਸਕੂਲ ਦੇ ਵਿੱਚ ਲਾ ਦਿੰਦੇ ਹਾਂ। ਸਕੂਲ 'ਚ ਕੀ ਹੁੰਦਾ ਜੀ, ਸੀਟ ਦਵਾ ਦਿੰਦੇ ਇਹਨੂੰ ਆਪਾਂ, ਤਾਂ ਐਲੋਕੇਸ਼ਨ ਆਫ ਸੀਟਸ ਇਨ ਰਾਜ ਸਭਾ। ਠੀਕ ਹੈ ਜੀ ਗੱਲ। ਸਪੈਸ਼ਲੀ ਕੀ ਹੈ ਜੀ, ਰਾਜ ਸਭਾ। ਠੀਕ ਹੈ। ਅਤੇ ਪੰਜਵੇਂ ਸ਼ਡਿਊਲ ਦੇ ਵਿੱਚ ਉਦੋਂ ਬਾਅਦ ਕੀ ਯਾਦ ਰੱਖਣਾ ਤੁਸੀਂ, ਐਡਮਿਨਿਸਟ੍ਰੇਸ਼ਨ ਆਫ ਸ਼ਡਿਊਲ ਏਰੀਆਜ਼ ਅਤੇ ਸ਼ਡਿਊਲ ਟਰਾਈਬਸ, ਮਤਲਬ ਜਿਹੜੇ ਪਿਛੜੇ ਖੇਤਰ ਅਤੇ ਪਿਛੜੇ ਕਬੀਲਿਆਂ ਬਾਰੇ ਦੱਸਿਆ ਹੋਇਆ। ਛੇਵੇਂ ਸ਼ਡਿਊਲ ਦੇ ਵਿੱਚ ਕੀ ਦੱਸਿਆ ਹੋਇਆ ਜੀ, ਨਾਰਦਰਨ ਈਸਟਰਨ ਸਟੇਟਸ ਦੱਸਿਆ ਹੋਇਆ ਜੀ। ਠੀਕ ਹੈ। ਸੱਤਵੇਂ ਸ਼ਡਿਊਲ ਦੇ ਵਿੱਚ ਕੀ ਦੱਸਿਆ ਹੋਇਆ ਜੀ, ਤੁਸੀਂ ਕਹੋਗੇ ਜੀ ਡਿਸਟਰੀਬਿਊਸ਼ਨ ਆਫ ਪਾਵਰ ਬਿਟਵੀਨ ਸੈਂਟਰ ਐਂਡ ਸਟੇਟ ਗਵਰਨਮੈਂਟ। ਅੱਠਵੇਂ ਸ਼ਡਿਊਲ ਦੇ ਵਿੱਚ ਕੀ ਦੱਸਿਆ ਹੋਇਆ ਜੀ, ਲੈਂਗੁਏਜ ਦੱਸਿਆ ਹੋਇਆ, ਜਿਹੜਾ ਕਿ ਆਪਣਾ ਕੁਐਸਚਨ ਸੀ। ਤਾਂ ਤੁਸੀਂ ਇਹਦਾ ਜਵਾਬ ਕੀ ਲਾ ਦੋਗੇ ਜੀ, ਸ਼ਡਿਊਲ ਨੰਬਰ 8। ਹੁਣ ਮੈਂ ਤੁਹਾਨੂੰ ਦੱਸ ਚੁੱਕਿਆ ਜੀ, ਪਹਿਲਾਂ 8 ਸ਼ਡਿਊਲ ਹੁੰਦੇ ਸੀ, ਫਿਰ ਬਾਅਦ 'ਚੋਂ ਕਿੰਨੇ ਹੋ ਗਏ ਜੀ, 12 ਕਰਤੇ। ਠੀਕ ਹੈ ਜੀ ਗੱਲ। ਤਾਂ 9ਵਾਂ ਸ਼ਡਿਊਲ ਤੁਹਾਡੇ ਯਾਦ ਹੋਣਾ ਚਾਹੀਦਾ, ਕਿਉਂਕਿ ਇਹ ਜਿਹੜੇ 8 ਤੋਂ 12 ਹੋਏ ਨੇ, ਇਹ ਕਾਹਦੇ ਨਾਲ ਹੋਏ ਨੇ ਜੀ, ਸੋਧ ਹੋਈ ਹੈ, ਅਮੈਂਡਮੈਂਟਸ ਹੋਈਆਂ ਨੇ। ਤਾਂ ਉਹ ਅਮੈਂਡਮੈਂਟ ਮੈਂ ਤੁਹਾਨੂੰ ਦੱਸ ਦਿੰਦਾ, 9, 10, 11 ਅਤੇ 12। ਠੀਕ ਹੈ ਜੀ। 9ਵੇਂ ਸ਼ਡਿਊਲ ਦੇ ਵਿੱਚ ਕੀ ਦੱਸਿਆ ਹੋਇਆ ਜੀ ਤੁਹਾਡਾ, ਇਹਦੇ ਵਿੱਚ ਦੱਸਿਆ ਹੋਇਆ ਜੀ ਲੈਂਡ ਟੈਂਚਰ, ਮਤਲਬ ਕੁਛ ਕੁ ਰੂਲਸ ਅਤੇ ਲਾਜ਼ ਨੇ ਜਿਨ੍ਹਾਂ ਦੀ ਵੈਲੀਡੇਸ਼ਨ ਦੱਸੀ ਹੋਈ ਹੈ। ਕਿਹੜੀ ਅਮੈਂਡਮੈਂਟ ਹੋਈ ਹੈ, ਤਾਂ ਇੱਕ ਸੁਪਰ ਇੰਪੋਰਟੈਂਟ ਕੁਐਸਚਨ ਲਿਖ ਲਓ ਜੀ, ਪਹਿਲੀ ਅਮੈਂਡਮੈਂਟ ਕਦੋਂ ਹੋਈ ਹੈ, ਤਾਂ ਤੁਸੀਂ ਕਹੋਗੇ ਜੀ 1951 ਦੇ ਵਿੱਚ ਹੋਈ ਹੈ। ਕਿਹੜੇ ਸ਼ਡਿਊਲ ਦੇ ਵਿੱਚ ਹੋਈ ਹੈ ਜੀ, 9th ਸ਼ਡਿਊਲ ਦੇ ਵਿੱਚ ਹੋਈ ਹੈ, 9ਵੇਂ ਸ਼ਡਿਊਲ ਦੇ ਵਿੱਚ ਹੋਈ ਹੈ। 10ਵਾਂ ਜਿਹੜਾ ਸ਼ਡਿਊਲ ਹੈ ਜੀ, ਉਹ ਕਿਹਦੀ ਗੱਲ ਕਰਦਾ ਜੀ, ਤਾਂ ਤੁਸੀਂ ਕਹੋਗੇ ਜੀ ਐਂਟੀ ਡਿਫਲੈਕਸ਼ਨ ਲਾਅ ਦੇ ਬਾਰੇ 10ਵਾਂ ਸ਼ਡਿਊਲ ਗੱਲ ਕਰਦਾ ਜੀ। ਠੀਕ ਹੈ। ਇਹਦੇ ਵਿੱਚ ਅਮੈਂਡਮੈਂਟ ਕਿਹੜੀ ਹੈ ਜੀ, 52ਵੀਂ ਸੋਧ ਹੈ ਜੀ, 1985 ਦੇ ਵਿੱਚ ਹੋਈ। ਠੀਕ ਹੈ ਜੀ। 11ਵਾਂ ਸ਼ਡਿਊਲ ਕਿਹਦੀ ਗੱਲ ਕਰਦਾ ਜੀ, ਪੰਚਾਇਤੀ ਰਾਜ ਦੀ ਗੱਲ ਕਰਦਾ ਹੈ। ਅਮੈਂਡਮੈਂਟ ਯਾਦ ਰੱਖੋਗੇ 73ਵੀਂ 1992 ਦੇ ਵਿੱਚ ਹੋਈ ਹੈ। 12ਵਾਂ ਸ਼ਡਿਊਲ ਮਿਊਨਸੀਪੈਲਿਟੀ ਦੀ ਗੱਲ ਕਰਦਾ ਜੀ, ਸੋਧ ਕਿਹੜੀ ਹੈ ਜੀ, 74ਵੀਂ ਅਤੇ 1992। ਤਾਂ ਤੁਹਾਨੂੰ ਮੈਂ ਸਾਰੀ ਥਿਊਰੀ ਸ਼ਡਿਊਲ ਦੇ ਸੰਬੰਧਿਤ ਸਮਝਾ ਚੁੱਕਿਆ, ਤਾਂ ਚੰਗੀ ਤਰ੍ਹਾਂ ਰਿਵਾਈਜ਼ ਕਰ ਲਿਓ। ਪੇਪਰ 'ਚ ਪੱਕਾ ਕੁਐਸਚਨ ਦੇਖੋਗੇ। ਪਿਛਲੀ ਵਾਰ ਨਾ ਕਾਨੂੰਗੋ ਦਾ ਪੇਪਰ ਹੋਇਆ ਸੀ, ਉਹ 'ਚ ਲੈਂਗੁਏਜ ਦਾ ਸ਼ਡਿਊਲ ਪੁੱਛਿਆ ਸੀਗਾ। ਠੀਕ ਹੈ ਜੀ ਗੱਲ। ਐਟ ਪ੍ਰੈਜ਼ੈਂਟ ਟੋਟਲ ਕਿੰਨੀਆਂ ਲੈਂਗੁਏਜਸ ਨੇ, ਤੁਸੀਂ ਕਹੋਗੇ ਜੀ 22 ਲੈਂਗੁਏਜਸ ਨੇ। ਠੀਕ ਹੈ। ਤਾਂ ਲੈਂਗੁਏਜ ਦੇ ਜਦੋਂ ਅੱਗੇ ਕੁਐਸਚਨ ਆਇਆ ਮੈਂ ਤੁਹਾਨੂੰ ਉਦੋਂ ਖੁੱਲ੍ਹ ਕੇ ਸਮਝਾ ਦੂੰਗਾ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ।
ਹੂ ਵਾਜ਼ ਨਾਟ ਦਾ ਮੈਂਬਰ ਆਫ JBP ਕਮੇਟੀ। ਦੇਖੋ ਜੀ JBP ਕਮੇਟੀ ਦਾ ਮੈਂਬਰ ਹੇਠ ਲਿਖਿਆਂ ਵਿੱਚੋਂ ਕੌਣ ਨਹੀਂ ਸੀ, ਤਾਂ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸ ਦਿੰਦਾ ਜੀ। ਇੱਕ ਪੰਜਾਬ ਮਤਲਬ ਇੰਡੀਆ ਨੂੰ ਵੀ ਕਰਨਾ ਸੀਗਾ ਜੀ, ਰੀਆਰਗਨਾਈਜੇਸ਼ਨ ਕਰਨਾ ਸੀਗਾ ਇੰਡੀਆ ਦਾ, ਮਤਲਬ ਸਟੇਟਸ ਬਣਾਉਣੀਆਂ ਸੀ। ਸਾਰਿਆਂ ਨਾਲੋਂ ਪਹਿਲਾਂ ਜਿਹੜੀ ਮਤਲਬ ਜ਼ਿੰਮੇਵਾਰੀ ਦਿੱਤੀ ਗਈ ਉਹ ਕਿਹੜੀ ਕਮੇਟੀ ਨੂੰ ਦਿੱਤੀ ਗਈ ਜੀ, ਧਾਰ ਕਮੇਟੀ ਨੂੰ ਦਿੱਤੀ ਗਈ। ਠੀਕ ਹੈ ਜੀ ਗੱਲ। ਉਹਨਾਂ ਨੇ ਮਤਲਬ ਕੀ ਹੈ ਜੀ ਉਦੋਂ ਬਾਅਦ ਛੱਡ ਗਏ ਸੀ ਉਹ, ਅਤੇ ਉਦੋਂ ਬਾਅਦ ਕਮੇਟੀ ਜਿਹੜੀ ਬੈਠੀ ਹੈ ਉਹ ਕਿਹੜੀ ਬੈਠੀ ਹੈ ਜੀ, JBP ਕਮੇਟੀ ਬੈਠੀ ਹੈ। ਤਾਂ ਇਹਨਾਂ ਦੇ ਮਤਲਬ ਮੂਹਰਲੇ ਅੱਖਰਾਂ ਦੇ ਵਿੱਚ ਕੀ ਹੈ ਜੀ, ਨਾਮ ਛੁਪੇ ਹੋਏ ਨੇ। ਜੇ ਤੋਂ ਜਵਾਹਰ ਲਾਲ ਨਹਿਰੂ ਬਿਲਕੁਲ ਹੈਗਾ ਸੀ ਜੀ JBP ਕਮੇਟੀ ਦਾ। B ਤੋਂ ਵੱਲਭ ਭਾਈ ਪਟੇਲ ਬਿਲਕੁਲ ਇਹ ਵੀ ਹੈਗਾ ਸੀ। P ਤੋਂ ਜੀ ਤੁਹਾਡਾ ਪਿਤਾਬੀ 17 ਮਈਆ, ਠੀਕ ਹੈ ਜੀ, ਇਹ ਵੀ ਹੈਗਾ ਸੀਗਾ। ਠੀਕ ਹੈ, ਤਾਂ ਮੈਂ ਤੁਹਾਨੂੰ ਦੱਸ, ਇਹਨੇ ਕੀ ਪੁੱਛਿਆ ਜੀ, ਨੋਟ ਕਿਹੜਾ ਮੈਂਬਰ ਨਹੀਂ ਸੀ। ਜਵਾਹਰ ਲਾਲ ਨਹਿਰੂ ਮੈਂ ਦੱਸ ਚੁੱਕਿਆ ਹੈਗਾ ਸੀਗਾ ਜੀ, ਵੱਲਭ ਭਾਈ ਪਟੇਲ ਹੈਗਾ ਸੀਗਾ ਜੀ, ਪਿਤਾਬੀ 17 ਮਈਆ ਇਹ ਵੀ ਹੈਗਾ ਸੀ। HN ਕੁੰਜਰੂ ਨਹੀਂ ਸੀਗਾ। HN ਕੁੰਜਰੂ ਸੀਗਾ ਜਿਹੜਾ ਉਦੋਂ ਬਾਅਦ ਜਦੋਂ JBP ਕਮੇਟੀ ਵੀ ਛੱਡ ਗਈ ਸੀਗੀ, ਤਾਂ ਉਦੋਂ ਬਾਅਦ ਇੱਕ ਕਮਿਸ਼ਨ ਬੈਠਾ ਸੀਗਾ ਜਿਹਦਾ ਨਾਮ ਸੀਗਾ ਜੀ ਫੈਜ਼ਲ ਅਲੀ ਕਮਿਸ਼ਨ। ਪੇਪਰ 'ਚ ਪੁੱਛਿਆ ਜਾਂਦਾ ਹੈ, ਧਿਆਨ ਰੱਖਿਓ, ਫੈਜ਼ਲ ਅਲੀ ਕਮਿਸ਼ਨ, ਜਿਹਦੇ ਤਹਿਤ ਕੀ ਹੈ ਜੀ ਆਪਣੀਆਂ ਸਟੇਟਸ ਨੇ ਜਿਹੜੀਆਂ ਉਹ ਬਣ ਗਈਆਂ ਸੀਗਾ। ਠੀਕ ਹੈ, ਇਹਨੂੰ ਸਟੇਟ ਰੀਆਰਗਨਾਈਜੇਸ਼ਨ ਐਕਟ ਵੀ ਕਹਿੰਦੇ ਆ। 7th ਅਮੈਂਡਮੈਂਟ 1956 ਇਹਦੇ ਨਾਲ ਜੁੜਿਆ ਹੋਇਆ ਜੀ। ਠੀਕ ਹੈ ਜੀ ਗੱਲ। ਤਾਂ ਜਿਹੜੀ ਫੈਜ਼ਲ ਅਲੀ ਕਮਿਸ਼ਨ ਦਾ ਜਿਹੜਾ ਚੇਅਰਮੈਨ ਸੀ ਉਹ ਫੈਜ਼ਲ ਅਲੀ ਸੀਗਾ। HN ਕੁੰਜਲੂ ਇਹਦਾ ਮੈਂਬਰ ਸੀਗਾ। ਇੱਕ ਮੈਂਬਰ ਇਹ ਹੋ ਗਿਆ ਜੀ, ਇੱਕ ਮੈਂਬਰ ਹੋਰ ਸੀਗਾ ਇਹਦਾ KM ਪਾਨੀਕਰ। KM ਪਾਨੀਕਰ। ਤਾਂ ਤੁਸੀਂ ਯਾਦ ਰੱਖੋਗੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜੀ ਉਹ ਇੰਪੋਰਟੈਂਟ ਨੇ, ਪੇਪਰ 'ਚ ਪੁੱਛ ਲੈਂਦੇ ਆ। ਫਸਟ ਲਿੰਗੁਇਸਟਿਕ ਬੇਸਿਸ 'ਤੇ ਜਿਹੜੀ ਸਟੇਟ ਬਣੀ ਆ ਉਹਦਾ ਨਾਮ ਦੱਸੋ। ਤੁਸੀਂ ਕਹੋਗੇ ਜੀ ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਹੈ ਜਿਹੜੀ ਉਹ ਫਸਟ ਲਿੰਗੁਇਸਟਿਕ ਸਟੇਟ ਬਣੀ ਹੈ ਜੀ ਭਾਸ਼ਾ ਦੇ ਆਧਾਰ 'ਤੇ। ਤਾਂ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਇੱਥੇ ਜੀ, ਤੇਲਗੂ। ਠੀਕ ਹੈ, ਯਾਦ ਰੱਖੋ। ਨੈਸ਼ਨਲ ਕੈਪੀਟਲ ਟੈਰੀਟਰੀ ਦਾ ਜਿਹੜਾ ਦਰਜਾ ਹੋਈ ਹੈ ਜੀ, ਤੁਸੀਂ ਕਹੋਗੇ ਜੀ 1988 ਦੇ ਵਿੱਚ ਹੋਈ ਹੈ। ਇਹਦੇ ਵਿੱਚ ਕੀ ਕੀਤਾ ਗਿਆ ਜੀ, ਮਤਲਬ ਕੀ ਆ ਇਹਦੇ ਵਿੱਚ ਤੁਹਾਡਾ ਕੀ ਹੈਗਾ, ਵੋਟ ਪਾਉਣ ਦਾ ਜਿਹੜਾ ਅਧਿਕਾਰ ਆ ਉਹ ਪਹਿਲਾਂ ਉਮਰ ਕਿੰਨੀ ਹੁੰਦੀ ਸੀ, 21 ਸਾਲ ਹੁੰਦੀ ਸੀ, ਉਹਨੂੰ ਘਟਾ ਕੇ ਕੀ ਕਰਤਾ ਜੀ 18 ਸਾਲ ਕਰਤਾ। ਕਿਹੜੀ ਅਮੈਂਡਮੈਂਟ ਦੇ ਤਹਿਤ ਜੀ, 61ਵੀਂ ਅਮੈਂਡਮੈਂਟ ਦੇ ਤਹਿਤ। ਅਤੇ 69ਵੀਂ ਅਮੈਂਡਮੈਂਟ ਮੈਂ ਤੁਹਾਨੂੰ ਦੱਸ ਚੁੱਕਿਆ। 21ਵੀਂ ਅਮੈਂਡਮੈਂਟ ਹੈ ਜੀ। ਹੋਈ ਹੈ
71ਵੀਂ ਅਮੈਂਡਮੈਂਟ ਪੇपर 'ਚ ਪੁੱਛ ਲੈਣ ਤੁਸੀਂ ਕਹੋਗੇ ਜੀ 1992 ਦੇ ਵਿੱਚ ਹੋਈ ਹੈ। 92ਵੀਂ ਅਮੈਂਡਮੈਂਟ ਪੇਪਰ 'ਚ ਪੁੱਛ ਲੈਣ ਤੁਸੀਂ ਕਹੋਗੇ ਜੀ 2003 ਦੇ ਵਿੱਚ ਹੋਈ ਹੈ। ਠੀਕ ਹੈ ਜੀ, ਤਾਂ ਆਹ ਗੱਲਾਂ ਤੁਸੀਂ ਭੁੱਲਣੀਆਂ ਨਹੀਂ ਹੈਗੀਆਂ। ਟ੍ਰਿਕ ਬਣਾ ਲਿਓ, ਭਾਵੇਂ 21 ਤੇ 71 ਨੂੰ ਜੋੜੋਗੇ ਨਾ ਤੁਸੀਂ ਤਾਂ 92 ਬਣ ਜੂਗਾ। ਠੀਕ ਹੈ, ਤਾਂ ਇਹ ਤਿੰਨੇ ਜਿਹੜੀਆਂ ਅਮੈਂਡਮੈਂਟਸ ਨੇ ਉਹ ਕਾਹਦੇ ਨਾਲ ਜੁੜੀਆਂ ਹੋਈਆਂ ਨੇ ਜੀ, ਇਹ ਲੈਂਗੁਏਜ ਦੇ ਨਾਲ ਜੁੜੀਆਂ ਹੋਈਆਂ ਨੇ। ਤੁਹਾਨੂੰ ਦੱਸ ਚੁੱਕਿਆ ਜੀ ਜਿਹੜਾ ਸ਼ਡਿਊਲ ਹੈ ਲੈਂਗੁਏਜ ਦਾ ਉਹ ਕਿਹੜਾ ਜੀ, ਤਾਂ ਤੁਸੀਂ ਕਹੋਗੇ ਜੀ 8ਵਾਂ ਸ਼ਡਿਊਲ ਲੈਂਗੁਏਜ ਨੂੰ ਰਿਪਰੈਜ਼ੈਂਟ ਕਰਦਾ। ਟੋਟਲ 22 ਲੈਂਗੁਏਜਸ ਨੇ ਜਿਹੜੀਆਂ ਆਪਣੀਆਂ ਅਫੀਸ਼ੀਅਲ ਲੈਂਗੁਏਜਸ ਨੇ। ਠੀਕ ਹੈ, ਇੰਗਲਿਸ਼ ਨਹੀਂ ਹੈਗੀ ਆਪਣੀ ਅਫੀਸ਼ੀਅਲ ਲੈਂਗੁਏਜ। ਠੀਕ ਹੈ ਜੀ ਗੱਲ। ਪਹਿਲੀ ਕਲਾਸੀਕਲ ਲੈਂਗੁਏਜ ਪੁੱਛ ਲੈਣ ਤੁਸੀਂ ਕਹੋਗੇ ਜੀ ਤਾਮਿਲ। ਠੀਕ ਹੈ, ਤਾਂ ਸਾਰੀਆਂ ਗੱਲਾਂ ਧਿਆਨ ਦੇ ਵਿੱਚ ਰੱਖੋਗੇ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਇੱਕ ਮੈਂ ਦਿੱਲੀ ਬਾਰੇ ਹੋਰ ਵੀ ਦੱਸ ਸਕਦਾ ਤੁਹਾਨੂੰ। ਦਿੱਲੀ ਜਿਹੜੀ ਆਪਣੀ ਕੈਪੀਟਲ ਬਣੀ ਸੀਗੀ ਉਹ ਕਿਹਨੇ ਬਣਾਈ ਸੀ, ਲਾਰਡ ਹਾਰਡਿੰਗ ਨੇ ਬਣਾਈ ਸੀ। ਕਦੋਂ ਜੀ, 1911 ਦੇ ਵਿੱਚ। ਠੀਕ ਹੈ ਜੀ ਗੱਲ। ਤਾਂ ਇਹ ਗੱਲ ਤੁਸੀਂ ਯਾਦ ਰੱਖ ਲਿਓ। 69ਵੀਂ ਅਮੈਂਡਮੈਂਟ ਇਹਦਾ ਕੀ ਆ ਜਾਊਗਾ ਜੀ, ਸਹੀ ਆਨਸਰ ਆ ਜਾਊਗਾ। ਸਿਲੈਕਟ ਦਾ ਰੋਂਗ ਪੇਅਰ, ਹੇਠ ਲਿਖਿਆਂ ਵਿੱਚੋਂ ਰੋਂਗ ਪੇਅਰ ਦੱਸਣਾ ਜੀ ਤੁਸੀਂ। ਤਾਂ ਆਪਾਂ ਚੈੱਕ ਕਰਦੇ ਹਾਂ ਫੰਡਾਮੈਂਟਲ ਰਾਈਟ ਤੇ ਕੁਐਸਚਨ ਬਣਿਆ ਹੋਇਆ ਜੀ। ਟੋਟਲ ਕਿੰਨੇ ਫੰਡਾਮੈਂਟਲ ਰਾਈਟ ਨੇ ਆਪਣੇ, 6 ਨੇ। ਤਾਂ ਆਪਾਂ ਚੈੱਕ ਕਰਦੇ ਹਾਂ ਕਿਹੜੇ ਕਿਹੜੇ ਆਰਟੀਕਲ ਹੈ ਜਿਹੜੇ ਉਹ ਮੈਚ ਨਹੀਂ ਕਰਦੇ। ਰਾਈਟ ਟੂ ਇਕੁਐਲਿਟੀ ਕਿਹੜੇ ਆਰਟੀਕਲ ਦੇ ਵਿੱਚ ਦੱਸਿਆ ਹੋਇਆ ਜੀ, ਆਰਟੀਕਲ 14 ਤੋਂ 18। ਬਿਲਕੁਲ ਇਹ ਪੁਆਇੰਟ ਸਹੀ ਹੈ ਜੀ। ਰਾਈਟ ਟੂ ਫਰੀਡਮ ਆਜ਼ਾਦੀ ਦਾ ਅਧਿਕਾਰ 19 ਤੋਂ 22, ਇਹ ਵੀ ਪੁਆਇੰਟ ਬਿਲਕੁਲ ਸਹੀ ਹੈ ਜੀ। ਰਾਈਟ ਟੂ ਫਰੀਡਮ ਆਫ ਰਿਲੀਜਨ ਆਰਟੀਕਲ 25 ਤੋਂ 28, ਇਹ ਵੀ ਪੁਆਇੰਟ ਹੈ ਜਿਹੜਾ ਉਹ ਬਿਲਕੁਲ ਸਹੀ ਹੈ ਜੀ। ਰਾਈਟ ਟੂ ਕੌਨਸਟੀਟਿਊਸ਼ਨਲ ਰੈਮੀਡੀਜ਼, ਇਹ ਪੁਆਇੰਟ ਜੀ ਗਲਤ ਹੋ ਗਿਆ। ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਚੌਥਾ ਪੁਆਇੰਟ ਆ ਜਿਹੜਾ ਉਹ ਰੋਂਗ ਪੇਅਰ ਆ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਮਝਾ ਦਿੰਦਾ ਜੀ। ਰਾਈਟ ਟੂ ਕੌਨਸਟੀਟਿਊਸ਼ਨਲ ਰੈਮੀਡੀਜ਼, ਠੀਕ ਹੈ ਜੀ, ਸੰਵਿਧਾਨਿਕ ਉਪਚਾਰਤਾ ਦਾ ਅਧਿਕਾਰ ਇਹਨੂੰ ਕਿਹਾ ਜਾਂਦਾ ਜੀ ਪੰਜਾਬੀ ਦੇ ਵਿੱਚ। ਠੀਕ ਹੈ, ਇਹਦਾ ਆਰਟੀਕਲ ਜਿਹੜਾ ਸਹੀ ਆਰਟੀਕਲ ਹੈ ਜੀ ਉਹ ਹੈਗਾ ਆਰਟੀਕਲ 32। BR ਅੰਬੇਦਕਰ ਨੇ ਕਿਹੜੇ ਆਰਟੀਕਲ ਨੂੰ ਕੀ ਕਿਹਾ ਸੀਗਾ ਜੀ, ਹਰਟ ਐਂਡ ਸੋਲ ਆਫ ਕੌਨਸਟੀਟਿਊਸ਼ਨ। ਤਾਂ ਤੁਸੀਂ ਕਹੋਗੇ ਜੀ ਆਰਟੀਕਲ 32 ਨੂੰ ਕਿਹਾ ਸੀਗਾ। ਇਹਦੇ ਤਹਿਤ ਆਪਾਂ ਆਰਟੀਕਲ 32 ਦੇ ਤਹਿਤ ਆਪਾਂ ਜੀ ਕੀ ਹੈ ਜੀ, ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਹਾਂ। ਠੀਕ ਹੈ ਜੀ ਗੱਲ। ਜੇ ਸਾਡੇ ਫੰਡਾਮੈਂਟਲ ਰਾਈਟਸ ਵਾਇਲੇਟ ਹੋ ਜਾਣ ਤੇ ਆਰਟੀਕਲ ਯਾਦ ਰੱਖਿਓ ਬੱਚਿਓ ਇੰਪੋਰਟੈਂਟ, ਆਰਟੀਕਲ 226 ਦੇ ਤਹਿਤ ਆਪਾਂ ਹਾਈ ਕੋਰਟ ਦੇ ਵਿੱਚ ਜਾ ਸਕਦੇ ਹਾਂ। ਸੁਪਰੀਮ ਕੋਰਟ ਸਾਡੀ ਕੀ ਹੈ ਜੀ, ਐਪੈਕਸ ਕੋਰਟ ਆਫ ਇੰਡੀਆ ਜੀ। ਆਰਟੀਕਲ ਕਿਹੜਾ ਜੀ, 124 ਹੈ ਜੀ। ਹਾਈ ਕੋਰਟ ਦਾ ਆਰਟੀਕਲ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਆਰਟੀਕਲ 231 ਹੈ। ਮਤਲਬ ਹਾਈ ਕੋਰਟ ਦੇ ਬਾਰੇ ਦੱਸਿਆ ਹੋਇਆ ਜੀ ਆਰਟੀਕਲ 231 ਦੇ ਵਿੱਚ। ਠੀਕ ਹੈ ਜੀ ਗੱਲ। ਧਿਆਨ ਰੱਖ 231 ਨਹੀਂ, ਸੌਰੀ 214। ਠੀਕ ਹੈ, 231 ਕਿਹਦਾ ਜੀ, 231 ਹੈਗਾ ਕਾਮਨ ਹਾਈ ਕੋਰਟਸ ਦਾ। ਠੀਕ ਹੈ ਨਾ ਗੱਲ। ਧਿਆਨ ਰੱਖਿਓ 214 ਨੰਬਰ ਆਰਟੀਕਲ ਹੈ ਜਿਹੜਾ ਉਹ 214 ਨੰਬਰ ਆਰਟੀਕਲ ਕਿਹਦਾ ਜੀ, ਹਾਈ ਕੋਰਟਸ ਦਾ। 124 ਕਿਹਦਾ ਜੀ, ਸੁਪਰੀਮ ਕੋਰਟ ਦਾ। ਠੀਕ ਹੈ ਜੀ ਗੱਲ। ਸੁਪਰੀਮ ਕੋਰਟ ਦੇ ਐਟ ਪ੍ਰੈਜ਼ੈਂਟ ਜੱਜ ਕਿੰਨੇ ਨੇ, ਤਾਂ ਤੁਸੀਂ ਕਹੋਗੇ ਜੀ 34 ਨੇ। ਮਤਲਬ 33+1 ਦਾ ਕੰਬੀਨੇਸ਼ਨ ਹੈ। ਇੱਕ ਕੀ ਹੈ ਜੀ, ਚੀਫ ਜਸਟਿਸ ਆਫ ਇੰਡੀਆ, ਬਾਕੀ 33 ਕੀ ਨੇ ਜੀ, ਮੈਂਬਰਸ ਨੇ। ਠੀਕ ਹੈ, ਤਾਂ ਯਾਦ ਰੱਖੋਗੇ ਪਹਿਲੇ ਚੀਫ ਜਸਟਿਸ ਆਫ ਇੰਡੀਆ ਤੁਸੀਂ ਕਹੋਗੇ ਜੀ HJ ਕਨੀਆ ਸੀਗੇ। ਠੀਕ ਹੈ, ਐਟ ਪ੍ਰੈਜ਼ੈਂਟ ਕੌਣ ਨੇ ਜੀ, ਤਾਂ ਤੁਸੀਂ ਕਹੋਗੇ ਜੀ NV ਰਮਨਾ। NV ਰਮਨ ਜਾਂ NV ਰਮਣਾ। ਠੀਕ ਹੈ, ਪਹਿਲੀ ਸੁਪਰੀਮ ਕੋਰਟ ਦੀ ਵੂਮੈਨ ਜੱਜ ਤਾਂ ਤੁਸੀਂ ਕਹੋਗੇ ਜੀ ਫਾਤਿਮਾ ਬੀਬੀ। ਇਹ ਵੀ ਗੱਲ ਤੁਸੀਂ ਯਾਦ ਰੱਖੋਗੇ। ਠੀਕ ਹੈ, ਬਸ ਇੰਨੀਆਂ ਗੱਲਾਂ ਯਾਦ ਰੱਖ ਲਿਓ। ਰਾਈਟ ਟੂ ਇਕੁਐਲਿਟੀ 14 ਤੋਂ ਆਰਟੀਕਲ ਤੋਂ ਲੈ ਕੇ 18 ਨੰਬਰ ਆਰਟੀਕਲ ਤੱਕ ਹੈ। ਆਰਟੀਕਲ 14 ਪੇਪਰ 'ਚ ਪੁੱਛ ਲੈਣ ਤੁਸੀਂ ਕਹੋਗੇ ਜੀ ਇਕੁਐਲਿਟੀ ਬਿਫੋਰ ਲਾ ਦੀ ਗੱਲ ਕਰਦਾ। ਆਰਟੀਕਲ 15 ਕਿਹਦੀ ਗੱਲ ਕਰਦਾ ਜੀ, ਪ੍ਰੋਹਿਬਿਸ਼ਨ ਆਫ ਡਿਸਕ੍ਰਿਮੀਨੇਸ਼ਨ ਆਫ ਜੈਂਡਰ, ਸੈਕਸ, ਕਾਸਟ, ਰਿਲੀਜਨ, ਪਲੇਸ ਆਫ ਬਰਥ ਦੀ ਗੱਲ ਕਰਦਾ। ਮਤਲਬ ਤੁਸੀਂ ਕੀ ਹੈ ਜੀ, ਵਿਤਕਰਾ ਨਹੀਂ ਕਰ ਸਕਦੇ ਹੈਗੇ ਜੈਂਡਰ ਦੇ ਆਧਾਰ 'ਤੇ। ਠੀਕ ਹੈ ਜੀ ਗੱਲ। ਪਲੇਸ ਆਫ ਬਰਥ ਮਤਲਬ ਜਿੱਥੇ ਤੁਹਾਡਾ ਜਨਮ ਹੈ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਹੋਊਗਾ। ਆਰਟੀਕਲ 16 ਜੀ ਇਕੁਅਲ ਓਪਰਚੁਨਿਟੀ ਔਨ ਪਬਲਿਕ ਇੰਪਲੋਇਮੈਂਟ, ਮਤਲਬ ਸਰਕਾਰੀ ਸੰਸਥਾਵਾਂ ਦੇ ਵਿੱਚ ਸਾਰਿਆਂ ਨੂੰ ਬਰਾਬਰ ਦੀ ਮੌਕੇ ਪ੍ਰਦਾਨ ਹੋਣਗੇ। ਆਰਟੀਕਲ 17 ਸੁਪਰ ਇੰਪੋਰਟੈਂਟ, ਅਬੋਇਲੇਸ਼ਨ ਆਫ ਅਨਟੱਚੇਬਿਲਿਟੀ। ਅਨਟੱਚੇਬਿਲਿਟੀ ਕੀ ਹੁੰਦੀ ਹੈ ਜੀ, ਛੂਆ-ਛਾਤ ਦੇ ਵਿਰੁੱਧ ਕੀ ਹੈ ਜੀ, ਮਤਲਬ ਤੁਸੀਂ ਉਹ ਨਹੀਂ ਕਰ ਸਕਦੇ ਹੈਗੇ। ਠੀਕ ਹੈ ਜੀ ਗੱਲ। ਤਾਂ ਯਾਦ ਰੱਖਿਓ ਆਰਟੀਕਲ 18 ਅਬੋਇਲੇਸ਼ਨ ਆਫ ਟਾਈਟਲਸ। ਠੀਕ ਹੈ ਜੀ ਗੱਲ। ਟਾਈਟਲਸ ਨਹੀਂ ਤੁਸੀਂ ਜਿਹੜੇ ਹੈਗੇ ਆ ਲੈ ਸਕਦੇ ਹੈਗੇ। ਠੀਕ ਹੈ, ਤਾਂ ਇੰਨੀਆਂ ਗੱਲਾਂ ਮੈਂ ਤੁਹਾਨੂੰ ਦੱਸ ਚੁੱਕਿਆ ਜੀ। ਟੋਟਲ ਕਿੰਨੇ ਫੰਡਾਮੈਂਟਲ ਰਾਈਟ ਨੇ, 6 ਨੇ। ਪਹਿਲਾਂ ਕਿੰਨੇ ਹੁੰਦੇ ਸੀਗੇ ਜੀ, 7 ਹੁੰਦੇ ਸੀ। ਹੁਣ ਆਰਟੀਕਲ 31 ਮੈਨੂੰ ਯਾਦ ਆ ਗਿਆ। ਆਰਟੀਕਲ 31 ਕਿਹਦੇ ਬਾਰੇ ਦੱਸਦਾ ਸੀ, ਆਰਟੀਕਲ 31 ਸੀਗਾ ਜਿਹੜਾ ਉਹ ਰਾਈਟ ਟੂ ਪ੍ਰੋਪਰਟੀ, ਰਾਈਟ ਟੂ ਪ੍ਰੋਪਰਟੀ ਦੀ ਗੱਲ ਕਰਦਾ ਜੀ, ਕਰਦਾ ਸੀ। ਪਰ ਇਹਨੂੰ ਕੀ ਕਰ ਦਿੱਤਾ ਗਿਆ ਜੀ, ਫੰਡਾਮੈਂਟਲ ਰਾਈਟ ਦੀ ਸੂਚੀ ਦੇ ਵਿੱਚੋਂ ਕੱਢ ਕੇ ਕੀ ਬਣਾ ਦਿੱਤਾ ਗਿਆ ਜੀ, ਲੀਗਲ ਰਾਈਟ। ਸੁਪਰ ਇੰਪੋਰਟੈਂਟ ਹੈ ਜੀ, ਪੇਪਰ 'ਚ ਪੁੱਛ ਲੈਂਦੇ ਆ ਰਾਈਟ ਟੂ ਪ੍ਰੋਪਰਟੀ ਸਾਡਾ ਕੀ ਅਧਿਕਾਰ ਹੈ, ਕਿਹੜਾ ਅਧਿਕਾਰ ਹੈ, ਤਾਂ ਤੁਸੀਂ ਕਹੋਗੇ ਜੀ ਲੀਗਲ ਅਧਿਕਾਰ ਆ। ਠੀਕ ਹੈ, ਕਿਹੜੇ ਆਰਟੀਕਲ ਦੇ ਤਹਿਤ ਜੀ, ਹੁਣ ਇਹ 300A ਦੇ ਤਹਿਤ ਹੈ ਜੀ। ਠੀਕ ਹੈ, ਤਾਂ ਯਾਦ ਰੱਖੋਗੇ ਚੌਥਾ ਆਪਸ਼ਨ ਕੀ ਆ ਜੂਗਾ ਜੀ, ਸਾਡਾ ਸਹੀ ਆਪਸ਼ਨ ਆ ਜੂਗਾ।
ਆਰਟੀਕਲ 51 ਰਿਪਰੈਜ਼ੈਂਟਸ, ਆਰਟੀਕਲ 51 ਕਿਹਦੀ ਗੱਲ ਕਰਦਾ ਜੀ? ਪਹਿਲਾਂ ਆਪਾਂ ਇਹਦਾ ਆਨਸਰ ਲੈ ਲੈਂਦੇ ਹਾਂ। ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਕੀ ਹੈ ਜੀ? ਟੂ ਪ੍ਰਮੋਟ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ, ਮਤਲਬ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣਾ ਆਰਟੀਕਲ 51 ਦੱਸਦਾ ਹੈ। ਹੁਣ ਦੇਖੋ ਤੁਹਾਨੂੰ ਮੈਂ ਦੱਸ ਚੁੱਕਿਆ ਜੀ ਕਿ DPSP ਇਹ ਆਉਂਦਾ ਕਾਹਦੇ ਵਿੱਚ ਹੈ ਜੀ? DPSP ਦੇ ਵਿੱਚ ਆਉਂਦਾ ਜੀ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਜਿਹੜੇ ਕਿ ਆਰਟੀਕਲ ਕਿੱਥੋਂ ਤੋਂ ਕਿੱਥੋਂ ਤੱਕ ਹੈ ਜੀ? 36 ਤੋਂ 51। ਜੇ ਤੁਹਾਨੂੰ ਆਰਟੀਕਲ 38 ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਪ੍ਰਮੋਸ਼ਨ ਫॉर ਵੈਲਫੇਅਰ ਆਫ ਪੀਪਲ, ਲੋਕ ਭਲਾਈ ਦੇ ਚੰਗੇ ਕੰਮ ਕਰਨੇ, ਠੀਕ ਹੈ ਜੀ ਗੱਲ। ਆਰਟੀਕਲ 40 ਸੁਪਰ ਇੰਪੋਰਟੈਂਟ, ਤਾਂ ਤੁਸੀਂ ਕਹੋਗੇ ਜੀ ਆਰਟੀਕਲ 40 ਕਿਹਦੀ ਗੱਲ ਕਰਦਾ ਜੀ? ਤਾਂ ਆਰਟੀਕਲ 40 ਗੱਲ ਕਰਦਾ ਜੀ ਆਰਗੇਨਾਈਜੇਸ਼ਨ ਆਫ ਵਿਲੇਜ ਪੰਚਾਇਤਸ, ਠੀਕ ਹੈ ਜੀ ਗੱਲ। ਅਤੇ ਸੈਪਰੇਸ਼ਨ ਆਫ ਜੁਡੀਸ਼ਰੀ ਫਰੋਮ ਐਗਜ਼ੀਕਿਊਟਿਵ, ਦੇਖੋ ਜੀ ਅਦਾਲਤਾਂ ਨੂੰ ਕੀ ਕੀਤਾ ਗਿਆ ਜੀ? ਕਾਰਜਪਾਲਿਕਾ ਦੇ ਨਾਲੋਂ ਵੱਖ ਰੱਖਿਆ ਗਿਆ ਜੀ, ਠੀਕ ਹੈ। ਤਾਂ ਇਹ ਕਿਹੜੇ ਆਰਟੀਕਲ ਦੇ ਵਿੱਚ ਦੱਸਦਾ ਜੀ? ਆਰਟੀਕਲ 50। ਬੱਚਿਓ ਜਿਹੜੀ ਗੱਲ ਮੈਂ ਦੱਸੀ ਹੈ ਨਾ ਸੁਪਰ ਇੰਪੋਰਟੈਂਟ ਹੈ ਜੀ, ਠੀਕ ਹੈ। DPSP ਆਪਾਂ ਕਿਤੋਂ ਲਏ ਨੇ? ਆਇਰਲੈਂਡ ਤੋਂ ਲਏ ਨੇ। ਆਇਰਲੈਂਡ ਨੇ ਗਾਹਾਂ ਕਿਤੋਂ ਲਏ ਨੇ ਜੀ? ਸਪੇਨ ਤੋਂ ਲਏ ਨੇ, ਠੀਕ ਹੈ ਜੀ ਗੱਲ। ਅਤੇ ਹੋਰ ਆਪਾਂ ਕੀ ਯਾਦ ਕਰ ਸਕਦੇ ਹਾਂ ਜੀ? DPSP ਨੂੰ ਜਿਹੜਾ BR ਅੰਬੇਦਕਰ ਨੇ ਕੀ ਕਿਹਾ ਜੀ? DPSP ਨੂੰ ਨੋਬਲ ਫੀਚਰ ਕਿਹਾ, ਠੀਕ ਹੈ। ਨੋਬਲ ਫੀਚਰ ਕਿਹਾ ਹੈ ਜੀ ਕਿਹਨੇ? BR ਅੰਬੇਦਕਰ ਨੇ। BR ਅੰਬੇਦਕਰ ਨੇ ਆਰਟੀਕਲ 32 ਨੂੰ ਕੀ ਕਿਹਾ? ਇਹ ਤਾਂ ਭੁੱਲਣਾ ਹੀ ਨਹੀਂ ਸਾਰੀ ਉਮਰ, ਠੀਕ ਹੈ ਜੀ, ਠੀਕ ਹੈ। ਆਰਟੀਕਲ 32 ਨੂੰ ਕੀ ਕਿਹਾ ਜੀ? ਰਾਈਟ ਟੂ ਹਾਰਟ ਐਂਡ ਸੋਲ ਆਫ ਕੌਨਸਟੀਟਿਊਸ਼ਨ, ਦਿਲ ਅਤੇ ਆਤਮਾ ਜੀ ਕਿਹਦੀ? ਸੰਵਿਧਾਨ ਦੀ, ਆਰਟੀਕਲ 32, ਠੀਕ ਹੈ। ਤਾਂ ਸਾਰੀਆਂ ਗੱਲਾਂ ਯਾਦ ਰੱਖੋਗੇ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਆਲ ਡਿਸਪਿਊਟਸ ਰਿਗਾਰਡਿੰਗ ਇਲੈਕਸ਼ਨ ਟੂ ਦਾ ਪ੍ਰੈਜ਼ੀਡੈਂਟ ਇਜ਼ ਐਡਜੂਡੀਕੇਟਡ ਬਾਏ, ਐਡਜੂਡੀਕੇਟਡ ਮੈਂ ਵੱਡਾ ਤਾਂ ਪਾਇਆ ਕਿਉਂਕਿ ਪੇਪਰ ਦੇ ਵਿੱਚ ਇਹ ਟਰਮ ਪ੍ਰੋਪਰ ਵਰਤੀ ਜਾਂਦੀ ਹੈ, ਠੀਕ ਹੈ ਜੀ। ਤਾਂ ਧਿਆਨ ਰੱਖਿਓ, ਪੰਜਾਬੀ 'ਚ ਦੱਸ ਦੇਣਾ ਜੀ ਸਾਰੇ ਜਿਹੜੇ ਝਗੜੇ ਨੇ ਉਹ ਰਾਸ਼ਟਰਪਤੀ ਦੀ ਇਲੈਕਸ਼ਨ ਦੇ, ਠੀਕ ਹੈ, ਉਹ ਕਿੱਥੇ ਹੱਲ ਹੋਣਗੇ? ਇਸ ਦਾ ਮਤਲਬ ਇਹ ਹੈ ਤਾਂ ਤੁਸੀਂ ਕਹੋਗੇ ਜੀ ਸੁਪਰੀਮ ਕੋਰਟ, ਠੀਕ ਹੈ। ਤਾਂ D ਆਪਸ਼ਨ ਇਹਦਾ ਹੈਗਾ ਜਿਹੜਾ ਉਹ ਸਹੀ ਆਨਸਰ ਹੈ। ਰਾਸ਼ਟਰਪਤੀ ਦੇ ਨਾਲ ਸੰਬੰਧਿਤ ਤੁਸੀਂ 4-5 ਗੱਲਾਂ ਭੁੱਲਣੀਆਂ ਨਹੀਂ ਜੀ। ਪਹਿਲੀ ਗੱਲ ਤਾਂ ਆਰਟੀਕਲ ਨਹੀਂ ਭੁੱਲਣੇ, ਆਰਟੀਕਲ 52, 54, 58 ਅਤੇ 61। 52 ਕਿਹਦੀ ਗੱਲ ਕਰਦਾ ਜੀ? ਦੇਅਰ ਸ਼ੈਲ ਬੀ ਪ੍ਰੈਜ਼ੀਡੈਂਟ ਆਫ ਇੰਡੀਆ, ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ। ਰਾਸ਼ਟਰਪਤੀ ਹੈ ਜਿਹੜਾ ਉਹ ਕੀ ਹੁੰਦਾ ਜੀ? ਆਪਣਾ ਫਸਟ ਸਿਟੀਜ਼ਨ ਹੁੰਦਾ ਜੀ, ਠੀਕ ਹੈ। ਇਹਦੀ ਸੈਲਰੀ ਕਿੰਨੀ ਹੁੰਦੀ ਹੈ ਜੀ? 5 ਲੱਖ ਹੁੰਦੀ ਹੈ। ਇਹਨੂੰ ਸਹੁੰ ਕੌਣ ਚੁਕਾਉਂਦਾ ਜੀ? ਚੀਫ ਜਸਟਿਸ ਆਫ ਇੰਡੀਆ ਚੁਕਾਉਂਦਾ। ਆਪਦਾ ਰਿਜ਼ਾਈਨ ਕਿਹਨੂੰ ਦਿੰਦਾ ਜੀ? ਵਾਈਸ ਪ੍ਰੈਜ਼ੀਡੈਂਟ ਨੂੰ ਦਿੰਦਾ, ਠੀਕ ਹੈ ਜੀ। ਉਦੋਂ ਬਾਅਦ ਗੱਲ ਆ ਜਾਂਦੀ ਹੈ 54 ਨੰਬਰ ਆਰਟੀਕਲ ਦੀ, ਜਿਹੜਾ ਕਿਹਦੇ ਬਾਰੇ ਦੱਸਦਾ ਜੀ? ਇਲੈਕਸ਼ਨ ਬਾਰੇ ਦੱਸਦਾ, ਵੀ ਮਤਲਬ ਉਹਦੀ ਇਲੈਕਟ ਕਿਵੇਂ ਕੀਤਾ ਜਾਂਦਾ। ਤਾਂ ਇਨਡਾਇਰੈਕਟਲੀ ਕੀਤਾ ਜਾਂਦਾ ਜੀ, ਇਲੈਕਟੋਰਲ ਕਾਲਜ ਬਣਦਾ ਜੀ, ਜਿਹਦੇ ਵਿੱਚ ਕੀ ਹੈ ਜੀ? ਇਲੈਕਟਡ ਮੈਂਬਰ ਆਫ ਲੋਕ ਸਭਾ ਹੁੰਦੇ ਨੇ ਅਤੇ ਇਲੈਕਟਡ ਮੈਂਬਰ ਆਫ ਰਾਜ ਸਭਾ ਹੁੰਦੇ ਨੇ। ਇਲੈਕਟਡ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀਜ਼ ਅਤੇ 2 UTs ਕਿਹੜੀਆਂ ਪਾਰਟੀਸਪੇਟ ਕਰਦੀਆਂ ਜੀ? ਦਿੱਲੀ ਅਤੇ ਪੁਡੂਚੇਰੀ, ਠੀਕ ਹੈ ਜੀ ਗੱਲ। 58 ਨੰਬਰ ਆਰਟੀਕਲ ਦੇ ਵਿੱਚ ਕੀ ਗੱਲ ਕਰਦਾ? ਦੱਸਦਾ ਜੀ ਕੁਆਲੀਫਿਕੇਸ਼ਨ ਦੀ ਦੱਸਦਾ। ਮਿਨੀਮਮ ਏਜ ਕਿੰਨੀ ਚਾਹੀਦੀ ਹੈ ਜੀ? 35 ਸਾਲ ਚਾਹੀਦੀ ਹੈ। ਮੈਕਸੀਮਮ ਏਜ ਹੈ ਜਿਹੜੀ 65 ਕੁਛ ਨਹੀਂ ਹੈਗੀ ਜੀ ਕਿ ਬਈ ਬੱਚੇ 65 ਲਾਏ ਹੁੰਦੇ ਨੇ, 60 ਲਾਏ ਹੁੰਦੇ ਨੇ, ਨਹੀਂ, ਦੱਸੀ ਨਹੀਂ ਗਈ ਹੈਗੀ ਜੀ। ਮੈਕਸੀਮਮ ਏਜ ਮਿਨੀਮਮ 35 ਹੈ ਜੀ, ਠੀਕ ਹੈ। ਤਾਂ ਯਾਦ ਰੱਖੋਗੇ, ਇੰਪੋਰਟੈਂਟ ਹੈ। 61 ਨੰਬਰ ਆਰਟੀਕਲ ਦੇ ਵਿੱਚ ਕੀ ਦੱਸਿਆ ਹੋਇਆ ਜੀ? ਇੰਪੀਚਮੈਂਟ, ਜਿਹਨੂੰ ਪੰਜਾਬੀ 'ਚ ਕਹਿੰਦੇ ਜੀ ਆਪਾਂ ਹਟਾਇਆ ਕਿਵੇਂ ਜਾ ਸਕਦਾ ਹੈ। ਤਾਂ ਯਾਦ ਰੱਖੋਗੇ, ਇੰਪੋਰਟੈਂਟ ਹੈ। ਰਾਸ਼ਟਰਪਤੀ ਦੀ ਜਿਹੜੀ ਸੈਲਰੀ ਹੁੰਦੀ ਹੈ ਪੇਪਰ 'ਚ ਪੁੱਛ ਲੈਣ ਕਿੰਨੀ ਹੁੰਦੀ ਹੈ ਜੀ? 5 ਲੱਖ ਹੁੰਦੀ ਹੈ। ਵਾਈਸ ਪ੍ਰੈਜ਼ੀਡੈਂਟ ਦੀ ਕਿੰਨੀ ਹੁੰਦੀ ਹੈ ਜੀ? 4 ਲੱਖ ਹੁੰਦੀ ਹੈ। ਗਵਰਨਰ ਦੀ ਕਿੰਨੀ ਹੁੰਦੀ ਹੈ ਜੀ? ਤੁਸੀਂ ਕਹੋਗੇ ਜੀ 3.5 ਲੱਖ ਹੁੰਦੀ ਹੈ, ਠੀਕ ਹੈ ਜੀ ਗੱਲ। ਅਤੇ ਹੋਰ ਆਪਾਂ ਭਾਰਤ ਦੇ ਪਹਿਲੇ ਰਾਸ਼ਟਰਪਤੀ ਪੁੱਛ ਲੈਣ ਰਜਿੰਦਰ ਪ੍ਰਸਾਦ ਸੀਗੇ, ਠੀਕ ਹੈ ਜੀ ਗੱਲ। ਅਤੇ ਪੇਪਰ 'ਚ ਪੁੱਛ ਲੈਣ ਰਜਿੰਦਰ ਪ੍ਰਸਾਦ ਦੀ ਜਿਹੜੀ ਕਿਤਾਬ ਹੈ ਉਹਦਾ ਨਾਮ ਦੱਸੋਗੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ। ਰਜਿੰਦਰ ਪ੍ਰਸਾਦ ਕੀ ਸੀਗੇ ਜੀ? ਪਰਮਾਨੈਂਟ ਪ੍ਰੈਜ਼ੀਡੈਂਟ ਸੀਗੇ ਕਿਹਦੇ? ਕੌਂਸਟੀਟਿਊਂਟ ਅਸੈਂਬਲੀ ਦੇ, ਜਿਹਦੀ ਪਹਿਲੀ ਮੀਟਿੰਗ ਕਦੋਂ ਹੋਈ ਸੀ ਜੀ? 9 ਦਸੰਬਰ 1946 ਨੂੰ, ਠੀਕ ਹੈ ਜੀ ਗੱਲ। ਤਾਂ ਇੰਨੀਆਂ ਗੱਲਾਂ ਤੁਹਾਨੂੰ ਮੈਂ ਦੱਸਤੀਆਂ ਜੀ। ਹੋਰ ਆਪਾਂ ਕੀ ਯਾਦ ਕਰ ਸਕਦੇ ਹਾਂ? ਪਾਰਲੀਮੈਂਟ ਦਾ ਆਰਟੀਕਲ ਕਿਹੜਾ ਜੀ? 79 ਹੈ। ਇੱਕ ਕੁਐਸਚਨ ਸੁਪਰ ਇੰਪੋਰਟੈਂਟ ਹੈ, ਲਿਖ ਲਓ ਜੀ। ਪਾਰਲੀਮੈਂਟ ਦੇ ਉੱਤੇ ਤੁਹਾਨੂੰ ਲਿਖਿਆ ਹੋਊਗਾ ਪਾਰਲੀਮੈਂਟ ਕੌਨਸਿਸਟ ਆਫ, ਮਤਲਬ ਪਾਰਲੀਮੈਂਟ ਵਿੱਚ ਕੌਣ ਕੌਣ ਹੁੰਦਾ? ਤਾਂ ਪ੍ਰੈਜ਼ੀਡੈਂਟ, ਲੋਕ ਸਭਾ, ਰਾਜ ਸਭਾ, ਠੀਕ ਹੈ। ਆਪਸ਼ਨ ਦੇ ਵਿੱਚ ਨਾ ਇੱਕ ਆਪਸ਼ਨ ਦੇ ਵਿੱਚ ਇਹ ਵੀ ਪਾਇਆ ਪਿਆ ਹੋਊਗਾ ਲੋਕ ਸਭਾ, ਰਾਜ ਸਭਾ, ਇਹ ਤਾਂ ਸਾਰਿਆਂ ਨੂੰ ਪਤਾ ਹੁੰਦਾ ਹੈ। ਨਾਲ ਨਾ ਪ੍ਰਾਈਮ ਮਿਨਿਸਟਰ ਪਾ ਦਿੰਦੇ ਆ ਉਹ, ਠੀਕ ਹੈ। ਬੱਚੇ ਭੁਲੇਖੇ ਨਾਲ ਪ੍ਰਾਈਮ ਮਿਨਿਸਟਰ ਲਾ ਦਿੰਦਾ ਨਹੀਂ ਜੀ, ਪ੍ਰੈਜ਼ੀਡੈਂਟ ਹੁੰਦਾ, ਠੀਕ ਹੈ। ਇਹ ਤੁਹਾਡਾ ਸਹੀ ਹੋਊਗਾ, ਠੀਕ ਹੈ ਜੀ। ਪਾਰਲੀਮੈਂਟ ਤੁਹਾਨੂੰ ਦੱਸ ਹੀ ਚੁੱਕਿਆ ਜੀ, ਆਰਟੀਕਲ 79 ਹੈ ਜੀ। ਆਰਟੀਕਲ 80 ਕਿਹਦੀ ਗੱਲ ਕਰਦਾ? ਆਰਟੀਕਲ 80 ਹੈ ਜਿਹੜਾ ਉਹ ਕਿਹਦੀ ਗੱਲ ਕਰਦਾ ਜੀ? ਤੁਸੀਂ ਕਹੋਗੇ ਜੀ ਰਾਜ ਸਭਾ ਦੀ ਗੱਲ ਕਰਦਾ, ਜਿਹੜਾ ਕਿ ਸਾਡਾ ਅਪਰ ਹਾਊਸ ਹੈ ਜੀ, ਠੀਕ ਹੈ ਜੀ ਗੱਲ। ਰਾਜ ਸਭਾ ਦੀਆਂ ਟੋਟਲ ਸੀਟਾਂ ਕਿੰਨੀਆਂ ਨੇ ਜੀ? ਤੁਸੀਂ ਕਹੋਗੇ ਜੀ 250 ਨੇ, ਠੀਕ ਹੈ। ਲੋਕ ਸਭਾ ਦਾ ਆਰਟੀਕਲ ਪੇਪਰ 'ਚ ਪੁੱਛ ਲੈਣ 81 ਨੰਬਰ ਆਰਟੀਕਲ ਹੈ। ਟੋਟਲ ਸੀਟਾਂ ਕਿੰਨੀਆਂ ਨੇ ਜੀ? ਤੁਸੀਂ ਕਹੋਗੇ ਜੀ 550 ਨੇ, ਠੀਕ ਹੈ। ਅਤੇ ਹੋਰ ਪੇਪਰ ਦੇ ਵਿੱਚ ਬਸ ਹਾਈ ਕੋਰਟ ਦਾ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਜੀ, ਆਰਟੀਕਲ ਕਿੰਨਾ ਜੀ? 124 ਆ, ਠੀਕ ਹੈ। ਅਤੇ ਹੋਰ
ਹਾਈ ਕੋਰਟ ਕਾਮਨ ਵੀ ਹੋ ਸਕਦੇ ਆ ਜੀ, ਠੀਕ ਹੈ ਜੀ ਗੱਲ। 231 ਨੰਬਰ ਆਰਟੀਕਲ ਦੇ ਵਿੱਚ ਦੱਸਿਆ ਹੋਇਆ। ਤੇ ਅਮੈਂਡਮੈਂਟ ਕਿਹੜੀ ਹੈ ਜੀ 7th ਅਮੈਂਡਮੈਂਟ 1956, ਠੀਕ ਹੈ ਜੀ ਗੱਲ। ਇੱਕ ਸੁਪਰ ਇੰਪੋਰਟੈਂਟ ਕੁਐਸਚਨ ਲਿਖ ਲਓ ਜੀ ਅਮੈਂਡਮੈਂਟ ਤੋਂ ਮੈਨੂੰ ਯਾਦ ਆ ਗਿਆ, 42ਵੀਂ ਅਮੈਂਡਮੈਂਟ ਨਹੀਂ ਕਿਸੇ ਨੇ ਭੁੱਲ ਕੇ ਜਾਣੀ ਹੈਗੀ। 42ਵੀਂ ਅਮੈਂਡਮੈਂਟ ਕਦੋਂ ਹੋਈ ਹੈ ਜੀ 1976 ਦੇ ਵਿੱਚ ਹੋਈ ਹੈ, ਠੀਕ ਹੈ। ਇਸ ਸਮੇਂ ਪੇਪਰ 'ਚ ਪੁੱਛ ਲੈਂਦਾ ਕਿ ਭਾਰਤ ਦਾ ਪ੍ਰਾਈਮ ਮਿਨਿਸਟਰ ਕੌਣ ਸੀ, ਤੁਸੀਂ ਕਹੋਗੇ ਜੀ ਇੰਦਰਾ ਗਾਂਧੀ ਸੀਗੇ, ਠੀਕ ਹੈ ਜੀ ਗੱਲ। 42ਵੀਂ ਅਮੈਂਡਮੈਂਟ ਨੂੰ ਹੋਰ ਕਿਹੜੇ ਨਾਲ ਜਾਣਿਆ ਜਾਂਦਾ ਜੀ, ਮਿੰਨੀ ਕੌਂਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ, ਠੀਕ ਹੈ ਜੀ ਗੱਲ। ਪ੍ਰੈਂਬਲ ਪੇਪਰ 'ਚ ਪੁੱਛ ਲੈਣ ਕਿੰਨੇ ਵਾਰ ਸੋਧਿਆ ਗਿਆ ਜੀ, ਤੁਸੀਂ ਕਹੋਗੇ ਜੀ ਸਿਰਫ ਤੇ ਸਿਰਫ ਇੱਕ ਵਾਰ ਸੋਧਿਆ ਗਿਆ ਹੈ। ਪ੍ਰੈਂਬਲ ਦੇ ਵਿੱਚ ਸਿਰਫ ਤੇ ਸਿਰਫ ਇੱਕ ਵਾਰ ਸੋਧ ਹੋਈ ਹੈ। ਪ੍ਰੈਂਬਲ ਆਪਾਂ ਕਿਹ ਤੋਂ ਲਿਆ ਜੀ USA ਤੋਂ ਲਿਆ, USA ਤੋਂ ਆਪਾਂ ਹੋਰ ਕੀ ਲਿਆ ਜੀ ਰਿਟਨ ਕੌਂਸਟੀਟਿਊਸ਼ਨ ਲਿਆ, ਠੀਕ ਹੈ। ਤਾਂ ਸਾਰੀਆਂ ਗੱਲਾਂ ਯਾਦ ਤੁਸੀਂ ਰੱਖਣੀਆਂ ਨੇ। ਆਰਟੀਕਲ ਆਫ ਸਟੇਟ ਐਮਰਜੈਂਸੀ, ਸਟੇਟ ਐਮਰਜੈਂਸੀ ਦਾ ਜਿਹੜਾ ਆਰਟੀਕਲ ਆ ਉਹ ਕੀ ਹੈ ਜੀ, ਤਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਮਝਾ ਦਿੰਦਾ। ਇੱਕ ਹੁੰਦੀ ਹੈ ਜੀ ਨੈਸ਼ਨਲ ਐਮਰਜੈਂਸੀ, ਇੱਕ ਹੁੰਦੀ ਹੈ ਜੀ ਸਟੇਟ ਐਮਰਜੈਂਸੀ, ਇੱਕ ਹੁੰਦੀ ਹੈ ਜੀ ਫਾਈਨੈਂਸ਼ੀਅਲ ਐਮਰਜੈਂਸੀ। ਨੈਸ਼ਨਲ ਐਮਰਜੈਂਸੀ ਦਾ ਆਰਟੀਕਲ ਪੇਪਰ 'ਚ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਆਰਟੀਕਲ 352, 4 ਦੇ ਫਰਕ ਦੇ ਨਾਲ ਤੁਸੀਂ ਯਾਦ ਰੱਖਣੀ ਹੈ ਜੀ। ਸਾਰਿਆਂ ਨਾਲੋਂ ਵੱਡਾ ਨੈਸ਼ਨਲ, ਠੀਕ ਹੈ ਜੀ, ਨੈਸ਼ਨਲ ਐਮਰਜੈਂਸੀ 352 ਨੰਬਰ ਆਰਟੀਕਲ। ਉਦੋਂ ਛੋਟਾ ਜੀ ਸਟੇਟ ਦੇ ਵਿੱਚ ਆਰਟੀਕਲ ਕਿਹੜਾ ਜੀ 4 ਦੇ ਫਰਕ ਨਾਲ ਲਿਖ ਦੋਗੇ 356। ਫਾਈਨੈਂਸ਼ੀਅਲ ਐਮਰਜੈਂਸੀ ਦਾ ਆਰਟੀਕਲ ਤੁਸੀਂ ਕਹੋਗੇ ਜੀ 360, ਠੀਕ ਹੈ ਜੀ ਗੱਲ। ਨੈਸ਼ਨਲ ਐਮਰਜੈਂਸੀ ਉਹ ਕਦੋਂ ਲੱਗਦੀ ਹੈ ਜਦੋਂ ਕੀ ਹੈ ਜੀ ਐਕਸਟਰਨਲ ਐਗਰੈਸ਼ਨ ਹੋ ਜੇ, ਠੀਕ ਹੈ, ਵਾਰ ਹੋ ਜੇ, ਠੀਕ ਹੈ ਜੀ ਗੱਲ, ਤਾਂ ਉਦੋਂ ਲੱਗਦੀ ਹੈ ਜੀ ਸਾਡੀ ਨੈਸ਼ਨਲ ਐਮਰਜੈਂਸੀ, ਠੀਕ ਹੈ ਜੀ ਗੱਲ। ਅਤੇ ਆਰਟੀਕਲ 356 ਦੇ ਤਹਿਤ ਕੀ ਹੈ ਜੀ ਸਟੇਟ ਐਮਰਜੈਂਸੀ ਲੱਗਦੀ ਹੈ, ਜਿਹਨੂੰ ਆਪਾਂ ਹੋਰ ਕੀ ਕਹਿੰਦੇ ਜੀ ਕੌਂਸਟੀਟਿਊਸ਼ਨਲ ਐਮਰਜੈਂਸੀ ਕਹਿੰਦੇ ਹਾਂ, ਅਤੇ ਪ੍ਰੈਜ਼ੀਡੈਂਟ ਰੂਲ ਵੀ ਕਹਿ ਦਿੰਦੇ ਹਾਂ, ਜਿਹਦੇ ਵਿੱਚ ਕੀ ਹੈ ਜੀ ਤੁਹਾਡੀ ਕੌਂਸਟੀਟਿਊਸ਼ਨਲ ਮਸ਼ੀਨਰੀ ਹੈ ਜਿਹੜੀ ਉਹ ਫੇਲ ਹੋ ਜੇ ਤਾਂ ਲੱਗਦੀ ਹੈ ਸਟੇਟ ਐਮਰਜੈਂਸੀ, ਠੀਕ ਹੈ ਜੀ ਗੱਲ। ਸਟੇਟ ਐਮਰਜੈਂਸੀ ਦੀ ਜੇ ਮੈਂ ਗੱਲ ਕਰਾਂ ਕੁਐਸਚਨ ਕੀ ਬਣ ਸਕਦਾ, ਸਾਰਿਆਂ ਨਾਲੋਂ ਵੱਧ ਸਟੇਟ ਐਮਰਜੈਂਸੀ ਕਿੱਥੇ ਲੱਗੀ ਹੈ ਜੀ ਯੂਪੀ 'ਚ ਲੱਗੀ ਹੈ। ਕਦੋਂ, ਕਿੰਨੇ ਵਾਰ ਜੀ 10 ਵਾਰ। ਉਦੋਂ ਘੱਟ ਕਿਹਦੇ ਵਿੱਚ ਲੱਗੀ ਹੈ ਜੀ ਬਿਹਾਰ ਦੇ ਵਿੱਚ, ਤੁਸੀਂ ਕਹੋਗੇ ਜੀ ਕਿੰਨੇ ਵਾਰ ਜੀ 9 ਵਾਰ। ਉਦੋਂ ਬਾਅਦ ਕੀ 'ਚ ਲੱਗੇ ਜੀ ਕੇਰਲਾ ਅਤੇ ਪੰਜਾਬ ਦੇ ਵਿੱਚ ਕਿੰਨੇ ਵਾਰ ਜੀ 8 ਵਾਰ, ਠੀਕ ਹੈ। ਇੱਕ ਸੁਪਰ ਇੰਪੋਰਟੈਂਟ ਕੁਐਸਚਨ ਲਿਖ ਲਓ ਜੀ ਸਟੇਟ ਐਮਰਜੈਂਸੀ ਕਿਹੜੀਆਂ ਸਟੇਟਾਂ 'ਚ ਨਹੀਂ ਲੱਗੀ, ਤਾਂ ਸਿਰਫ ਤੇ ਸਿਰਫ 2 ਸਟੇਟ 'ਚ ਨਹੀਂ ਲੱਗੀ ਜੀ, ਕਿਹਦੇ 'ਚ ਤੇਲੰਗਾਨਾ ਅਤੇ ਛੱਤੀਸਗੜ੍ਹ ਦੇ ਵਿੱਚ, ਠੀਕ ਹੈ। ਧਿਆਨ ਰੱਖਿਓ ਸੁਪਰ ਇੰਪੋਰਟੈਂਟ ਕੁਐਸਚਨ ਹੈ। ਫਾਈਨੈਂਸ਼ੀਅਲ ਐਮਰਜੈਂਸੀ ਪੇਪਰ 'ਚ ਪੁੱਛ ਲੈਣਗੇ ਭਾਰਤ ਵਿੱਚ ਕਿੰਨੇ ਵਾਰੀ ਲੱਗੀ ਹੈ ਜੀ, ਤਾਂ ਤੁਸੀਂ ਕਹੋਗੇ ਜੀ ਇੱਕ ਵਾਰ ਵੀ ਨਹੀਂ ਲੱਗੀ ਹੈ, ਠੀਕ ਹੈ ਜੀ ਗੱਲ। ਤਾਂ ਯਾਦ ਰੱਖੋਗੇ। ਹੁਣ ਇਹਨੇ ਸਟੇਟ ਐਮਰਜੈਂਸੀ ਪੁੱਛਿਆ ਸੀ ਆਰਟੀਕਲ 356, ਧਿਆਨ ਰੱਖੋਗੇ। ਨੇਮ ਦਾ ਫਸਟ ਪ੍ਰਾਈਮ ਮਿਨਿਸਟਰ ਫਰੋਮ ਸਾਊਦਰਨ ਇੰਡੀਆ। ਦੇਖੋ ਜੀ ਜਦੋਂ ਵੀ ਤੁਸੀਂ ਟੌਪਿਕ ਪੜ੍ਹਨਾ ਗਾ ਤਾਂ ਪ੍ਰੋਪਰ ਪ੍ਰਾਈਮ ਮਿਨਿਸਟਰ ਦੇ ਬਾਰੇ ਤੁਹਾਨੂੰ ਕੁਛ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਕਿ ਇੰਪੋਰਟੈਂਟ ਨੇ, ਠੀਕ ਹੈ। ਕਹਿੰਦੇ ਪਹਿਲਾ ਪ੍ਰਾਈਮ ਮਿਨਿਸਟਰ ਦੱਸੋ ਭਾਰਤ ਦੇ ਜਿਹੜੇ ਕੀ ਹੈ ਸਾਊਦਰਨ ਇੰਡੀਆ ਤੋਂ ਹੋਣ, ਠੀਕ ਹੈ ਜੀ ਗੱਲ। ਅਟਲ ਬਿਹਾਰੀ ਵਾਜਪਾਈ ਨਹੀਂ ਜੀ, ਠੀਕ ਹੈ। ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਉਹ PV ਨਰਸਿਮਹਾ ਰਾਓ ਆਊਗਾ, ਠੀਕ ਹੈ ਜੀ। PV ਨਰਸਿਮਹਾ ਰਾਓ 1991 ਦੇ ਵਿੱਚ ਤੁਸੀਂ ਜਾਣਦੇ ਹੋ ਹੈ ਨਾ, ਇੱਕ LPG ਮਾਡਲ ਆਇਆ ਸੀਗਾ ਜਿਹਦੇ ਉਹ ਕਿਹਨੇ ਲਿਆਂਦਾ ਸੀ, PV ਨਰਸਿਮਹਾ ਰਾਓ ਦੀ ਸਰਕਾਰ ਨੇ ਲੈ ਕੇ ਆਂਦਾ ਸੀ। ਉਸ ਸਮੇਂ ਫਾਈਨਾਂਸ ਮਿਨਿਸਟਰ ਕੌਣ ਸੀ ਆਪਣੇ ਜੀ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਮਨਮੋਹਨ ਸਿੰਘ, ਠੀਕ ਹੈ ਜੀ ਗੱਲ। ਯਾਦ ਰੱਖੋਗੇ। ਤਾਂ ਇਹਦਾ ਜਿਹੜਾ ਸਹੀ ਜਵਾਬ ਆਊਗਾ ਉਹ ਨਰਸਿਮਹਾ ਰਾਓ ਆਊਗਾ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਪ੍ਰਾਈਮ ਮਿਨਿਸਟਰ ਦੇ ਉੱਤੇ ਕੁਐਸਚਨ ਕੀ ਬਣ ਸਕਦਾ ਜੀ, ਕੀ ਬਣ ਸਕਦਾ ਦੇਖੋ। ਭਾਰਤ ਦੇ ਪਹਿਲੇ ਪ੍ਰਾਈਮ ਮਿਨਿਸਟਰ ਤੁਸੀਂ ਕਹੋਗੇ ਜੀ ਜਵਾਹਰ ਲਾਲ ਨਹਿਰੂ। ਇੱਕ ਇਹਨਾਂ ਦੀ ਕਿਤਾਬ ਜ਼ਰੂਰ ਨਹੀਂ ਭੁੱਲਣੀ ਹੈਗੀ, ਕਿਹਦੀ, ਜਵਾਹਰ ਲਾਲ ਨਹਿਰੂ ਦੀ, ਕਿਹੜੀ ਜੀ ਡਿਸਕਵਰੀ ਆਫ ਇੰਡੀਆ, ਠੀਕ ਹੈ ਜੀ ਗੱਲ। ਅਤੇ ਉਦੋਂ ਬਾਅਦ ਤੁਸੀਂ ਕੁਛ ਕੁ ਪ੍ਰਾਈਮ ਮਿਨਿਸਟਰ ਜਿਵੇਂ ਆਪਸ਼ਨ ਦੇ ਵਿੱਚ ਪਿਆ ਜੀ ਅਟਲ ਬਿਹਾਰੀ ਵਾਜਪਾਈ ਹੈ ਨਾ। ਅਟਲ ਬਿਹਾਰੀ ਵਾਜਪਾਈ ਕੀ ਹੈ ਜੀ ਸ਼ਾਰਟੈਸਟ ਟਨਿਓਰ ਹੈ ਜਿਨ੍ਹਾਂ ਦਾ, ਮਤਲਬ ਸਾਰਿਆਂ ਨਾਲੋਂ ਛੋਟੀ ਸਰਕਾਰ ਹੈ ਜਿਹੜੀ 13 ਦਿਨ ਦੀ ਸਰਕਾਰ ਚੱਲੀ ਸੀ ਅਟਲ ਬਿਹਾਰੀ ਵਾਜਪਾਈ ਦੀ, ਠੀਕ ਹੈ ਜੀ ਗੱਲ। ਚਰਨ ਸਿੰਘ ਆਪਸ਼ਨ ਦੇ ਵਿੱਚ ਪਿਆ ਜੀ ਚਰਨ ਸਿੰਘ। ਇੱਕੋ ਇੱਕ ਪ੍ਰਾਈਮ ਮਿਨਿਸਟਰ ਨੇ ਜਿਨ੍ਹਾਂ ਨੇ ਫੇਸ ਹੀ ਨਹੀਂ ਕੀਤਾ ਜੀ ਕਿਹਨੂੰ, ਪਾਰਲੀਮੈਂਟ ਨੂੰ, ਮਤਲਬ ਪਾਰਲੀਮੈਂਟ ਦੇ ਵਿੱਚ ਗਏ ਹੀ ਨਹੀਂ ਚਰਨ ਸਿੰਘ, ਯਾਦ ਰੱਖੋਗੇ, ਠੀਕ ਹੈ। ਅਤੇ ਹੋਰ ਆਪਣੇ ਮਰਾਰਜੀ ਦੇਸਾਈ, ਸੁਪਰ ਇੰਪੋਰਟੈਂਟ ਕੁਐਸਚਨ ਬਣ ਸਕਦਾ ਜੀ ਓਲਡੈਸਟ ਪ੍ਰਾਈਮ ਮਿਨਿਸਟਰ ਸੀਗੇ ਇਹ, ਠੀਕ ਹੈ ਜੀ ਗੱਲ। ਕਿੰਨੇ ਸਾਲ ਦੇ, 81 ਸਾਲ ਦੇ। ਅਤੇ ਫਸਟ ਪ੍ਰਾਈਮ ਮਿਨਿਸਟਰ ਟੂ ਰਿਜ਼ਾਈਨ ਫਰੋਮ ਆਫਿਸ, ਸੁਪਰ ਇੰਪੋਰਟੈਂਟ ਕੁਐਸਚਨ ਹੈ, ਕੌਣ ਸੀਗੇ ਜੀ ਮਰਾਰਜੀ ਦੇਸਾਈ। ਇੱਕ ਮਰਾਰਜੀ ਦੇਸਾਈ। ਤਾਂ ਮੈਨੂੰ ਇੱਕ ਗੱਲ ਯਾਦ ਆ ਗਈ, 44ਵੀਂ ਅਮੈਂਡਮੈਂਟ ਹੋਈ ਹੈ ਜਿਹੜੀ, ਠੀਕ ਹੈ 1978 ਦੇ ਵਿੱਚ, ਠੀਕ ਹੈ। ਉਸ ਸਮੇਂ ਆਪਣੇ ਪ੍ਰਾਈਮ ਮਿਨਿਸਟਰ ਕੌਣ ਸੀਗੇ ਜੀ, ਤੁਸੀਂ ਕਹੋਗੇ ਜੀ ਮਰਾਰਜੀ ਦੇਸਾਈ, ਠੀਕ ਹੈ ਜੀ ਗੱਲ। 44ਵੀਂ ਅਮੈਂਡਮੈਂਟ ਹੈ ਜਿਹੜੀ, ਉਹਦੇ ਤਹਿਤ ਕੀ ਕੀਤਾ ਗਿਆ ਜੀ ਰਾਈਟ ਟੂ ਪ੍ਰੋਪਰਟੀ ਹੈ ਜਿਹੜਾ ਉਹਨੂੰ ਕੀ ਕੀਤਾ ਗਿਆ ਜੀ ਫੰਡਾਮੈਂਟਲ ਰਾਈਟ ਤੋਂ ਕੀ ਬਣਾਇਆ ਗਿਆ, ਲੀਗਲ ਰਾਈਟ ਬਣਾਇਆ ਗਿਆ, ਠੀਕ ਹੈ ਜੀ ਗੱਲ। ਰਾਈਟ ਟੂ ਪ੍ਰੋਪਰਟੀ ਆਰਟੀਕਲ ਕਿਹੜਾ ਸੀਗਾ ਜੀ, ਆਰਟੀਕਲ 31 ਪਿੱਛੇ ਮੈਂ ਤੁਹਾਨੂੰ ਦੱਸ ਚੁੱਕਿਆ, ਠੀਕ ਹੈ ਜੀ ਗੱਲ। ਤਾਂ ਸਾਰੀਆਂ ਗੱਲਾਂ ਤੁਸੀਂ ਯਾਦ ਰੱਖੋਗੇ, ਇੰਪੋਰਟੈਂਟ ਆ। ਫਸਟ ਸਿੱਖ ਬਸ ਹਾਂ ਠੀਕ ਹੈ। ਫਸਟ ਸਿੱਖ ਪ੍ਰੈਜ਼ੀਡੈਂਟ ਪੁੱਛੇ ਤੁਹਾਨੂੰ, ਫਸਟ ਸਿੱਖ ਪ੍ਰੈਜ਼ੀਡੈਂਟ ਤਾਂ ਤੁਸੀਂ ਕਹੋਗੇ ਜੀ ਗਿਆਨੀ ਜੈਲ ਸਿੰਘ, ਠੀਕ ਹੈ। ਤਾਂ ਇਹ ਗੱਲਾਂ ਤੁਸੀਂ ਯਾਦ ਰੱਖੋਗੇ। ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ 4th ਆਪਸ਼ਨ ਇਹਦਾ ਸਹੀ ਆਨਸਰ ਹੈ। ਦਾ ਆਰਟੀਕਲ ਆਫ ਫਾਈਨਾਂਸ ਕਮਿਸ਼ਨ ਆਫ ਇੰਡੀਆ। ਫਾਈਨਾਂਸ ਕਮਿਸ਼ਨ ਦਾ ਜਿਹੜਾ ਆਰਟੀਕਲ ਉਹ ਕਿਹੜਾ ਆਰਟੀਕਲ ਹੈ ਜੀ, ਤੁਸੀਂ ਕਹੋਗੇ ਜੀ 280 ਨੰਬਰ ਆਰਟੀਕਲ ਹੈ।
ध्यान रखियो सुपर इंपॉर्टेंट क्वेश्चन आर्टिकल डायरैक्ट आ जाता है फाइनांस कमीशन का। ठीक है जी गल। एक होंदा जी अपना फाइनांस कमीशन, चार ये होंगे ने मैंबर होंगे ने। पेपर च पूछ लैन फर्स्ट फाइनांस कमीशन ऑफ इंडिया, वह नाम दसो, तुम कहोगे जी KC न्योगी। ठीक है, KC न्योगी। एट प्रैजेंट पूछ लैन, तुम कहोगे जी कौन ने, NK सिंह। किनवें नंबर के ने जी, ये 15वें नंबर के ने। ठीक है, ये सूँ 15वें नंबर के ने, ध्यान रखियो। कौन, फाइनांस कमिश्नर। ठीक है, तो ये 4 मैंबर होंगे ने। ठीक है, होर आप जी फाइनांस कमिशन का काम की होंगे जी, सेंटर तो स्टेट के पैसे की वंड करना। ठीक है जी गल, ध्यान रखोगे। हुण आर्टिकल 266 ऑप्शन के पे जी, तो आर्टिकल 266 की गल करता जी, कंसोलीडेट फंड ऑफ इंडिया की गल करता है। मैं तुहानूं पहलां भी दस चुकिया जी। तो ये कंसोलीडेट फंड ऑफ इंडिया के की है जी, पैसे कढ़ाउण की मंजूरी है जी, किहदे तो बिना नहीं निकल सकते, पार्लीमेंट की मंजूरी तो बिना नहीं निकल सकते। आर्टिकल 267 की गल करता जी, कॉन्टीजेंसी फंड ऑफ इंडिया की गल करता। ठीक है जी गल। ये पैसे कढ़ाउण की जी मतलब अथॉरिटी है कितों लैनी पैंदी है जी, प्रेजिडेंट की मंजूरी तो बिना नहीं निकलते। आर्टिकल 280 मैं दस चुका जी, फाइनांस कमीशन। ठीक है, तो याद रखोगे, सारियां गल्लां इंपॉर्टेंट ने। गडगिल योजना इन विच 5 ईयर प्लैन, इकनॉमिक्स का क्वेश्चन है जी। सो तुसी सारे बच्चों ने 5 ईयर प्लैन ने जिहड़े वो पढ़े होणगे। ठीक है जी गल। तो थोड़ा जिहा मैं तुहानूं समझा देना, फिर आप आंसर लवांगे इहदा क्वेश्चन का। ठीक है, 5 साला योजनावां ये आपां किहड़े देश तो बोरो कीतियां जी, USSR यानी कि रशिया दे उत्तों। ठीक है जी गल। तो होर USSR तो आप की लिया जी, फंडामेंटल ड्यूटीज़ भी लिया। ठीक है जी गल। तो 5 ईयर प्लैन के बेसिकली की सी, तुसीं 3 तो 4 प्लैन ने जिहड़े वो मतलब जे बाहले नहीं याद होंदे, तो पहले 3 तो जरूर याद होने चाहिए ने तुहाडे। पहला 5 ईयर प्लैन कदों तो कदों तक सीगा जी, तुसीं कहोगे जी 1951 तो लैके 56 तक सीगा। ठीक है, इनू होर किहड़े नाम नाल जाणिया जांदा जी, हैरर डोमर मॉडल भी कहा जाता है। ठीक है ना गल। पहले 5 ईयर प्लैन ये पेपर च पूछ लेने, प्रायोरिटी तरजीह किनू दी गई सी, तो तुसीं कहोगे जी एग्रीकल्चर नूं दी गई सी। ठीक है जी गल। दूजे 5 ईयर प्लैन कदों तो कदों तक चलिया जी, 56 तो 61 तक चलिया। ये तरजीह किनू दी गई जी, इंडस्ट्रीज़ नूं दी गई। ठीक है, तीजे 5 ईयर प्लैन 61 तो 66 तक सीगा जी। ठीक है, जिन्हों की कहा जाता है जी, गडगिल योजना। ठीक है, तो यदा जो सही आंसर आ जाऊगा जो आ जाऊगा थर्ड 5 ईयर प्लैन आ जाऊगा। हुण मैं तुहानूं थोड़ी जी गल समझा देना जी, तीजे 5 ईयर प्लैन के नाल संबंधित थोड़ी जी गल्लां आपां होर भी याद रखांगे कि पेपर च पूछ लैंदे ग्रीन रेवल्यूशन, जिन्होंने आप कह दें जी हरी क्रांति, किहड़े 5 ईयर प्लैन चाहिए, तो तुसीं कहोगे जी थर्ड 5 ईयर प्लैन दे विच आई। ठीक है, ग्रीन रेवल्यूशन वेले अपना भारत का प्राइम मिनिस्टर कौन सी, तो तुसीं कहोगे जी लाल बहादुर शास्त्री। ठीक है जी गल। लाल बहादुर शास्त्री नूं किहड़े निकनेम नाल जाणिया जांदा है जी, मैन ऑफ पीस। मैन ऑफ पीस लाल बहादुर शास्त्री इक्को एक प्राइम मिनिस्टर ने जिन्हां दी की है जी मतलब किसी अबरॉड मतलब विदेशी टूर के दौरान डैथ हो गई सी। ठीक है जी गल। कित्थे हुई है, ताशकैंट दे विच हुई है। ठीक है जी गल। याद रखोगे, तो मैं तुहानूं दस चुकिया जी, सारियां गल्लां इंपॉर्टेंट ने। तो ग्रीन रेवल्यूशन के पेपर च पूछ लैन फादर कौन है जी वर्ल्ड के, तो तुसीं कहोगे जी नॉर्मन बोलार्ग है। इंडिया के पूछ लैन तो तुसीं कहोगे जी MS स्वामीनाथन है। ठीक है जी गल। जिहड़ी ग्रीन रेवल्यूशन टर्म दी है तो वह किने दी है जी, विलियम गॉड ने दी है। ठीक है, तो ये गल्लां सारियां तुसीं ध्यान दे विच रखोगे। ग्रीन रेवल्यूशन आई कदों है जी, 1966-67 के दौरान। ठीक है, तो याद रखोगे थर्ड 5 ईयर प्लैन इहदा की है जी, सही आंसर है। ग्रे रेवल्यूशन इज़ एसोसीएटेड विद, जेडे बच्चों ने तहसीलदार का पेपर भरिया हुआ है। ठीक है, मेनली पता की क्वेश्चन आउंदा है, मैं 2-3 बार क्वेश्चन देख चुका, मिलान चिन्ह आ जाते हैं। ठीक है, तुहानूं 4 ग्रीन रेवल्यूशन मतलब 4 रेवल्यूशन क्रांतियां पा देणगे, इधरले पासे की पा देणगे उन्होंने नाल संबंधित कह देंगे मैच करो। ठीक है, तो क्वेश्चन ईजी होंदा। ठीक है, इन्हूं छड्ड के नहीं जाना। सारियां ग्रीन रेवल्यूशन 13 तो 14 ने जी। ठीक है, 14-15 ने तुसीं पढ़ के जानियां ने। ठीक है, मैं थोड़ियां जिहा हुणी करा दूंगा। ग्रे रेवल्यूशन है जी, वो किहदे नाल संबंधित है, तुसीं कहोगे जी फर्टिलाइजर के नाल संबंधित है। ठीक है जी, फर्टिलाइजर की होंगे कीटनाशक वगैरह। फिश प्रोडक्शन के विच किहड़ी रेवल्यूशन है जी, ब्लू रेवल्यूशन है। ठीक है, ओनीयन वास्ते किहड़ी रेवल्यूशन है जी, पिंक रेवल्यूशन है। फर्टिलाइजर वास्ते ग्रे रेवल्यूशन है। पोटैटो वास्ते किहड़ी है जी, राउंड रेवल्यूशन है। ठीक है जी गल। तो सोनू पेपर के पुछ लैन होर आपां किहड़ी याद कर सकते हैं जी, रैड रेवल्यूशन पेपर च पुछ लैन तो तुसीं कहोगे जी मीट ते टमैटो वास्ते है जी। ठीक है गल। तो तुहानूं पुछ लैन जी येलो रेवल्यूशन, तुसीं कहोगे जी हनी प्रोडक्शन वास्ते है जी। ठीक है, तो होर मेरे हुण ना दिमाग दे विच नहीं आ रही हैगियां। ठीक है जी गल। तो कमेंट बॉक्स दे विच तुसीं जे 2-4 तुहानूं पता ने, तो होर जो बच्चे कमेंट पढ़ते हैं तो उत्थों की है जी पता लग जाता, तो तुसीं 3 तो 4 आप कमेंट बॉक्स दे विच लिख सकते हो। ठीक है जी गल। तो इहदा जिहड़ा सही आंसर आऊगा जी, वो फर्टिलाइजर रेवल्यूशन आऊगा। हू वर द फस्ट रूलर इन इंडिया टू इशू गोल्ड कॉइनस। ठीक है जी गल।
ਭਾਰਤ ਦੇ ਵਿੱਚ ਗੋਲਡ ਕੋਇਨ ਇਸ਼ੂ ਕਰਨ ਵਾਲੇ ਕੌਣ ਸੀ? ਤਾਂ ਬਹੁਤੇ ਬੱਚੇ ਕਿਹਤੇ ਲਾ ਕੇ ਆਉਣਗੇ? ਚੰਦਰਗੁਪਤ ਤੇ ਲਾਏ ਆਉਣਗੇ, ਜਿਹੜਾ ਕਿ ਗਲਤ ਹੋ ਜਾਊਗਾ। ਇਹਦਾ ਜਿਹੜਾ ਸਹੀ ਜਵਾਬ ਆਊਗਾ ਜੀ ਉਹ ਕੀ ਆਊਗਾ ਜੀ? ਇੰਡੋ ਗ੍ਰੀਕਸ ਆਊਗਾ। ਥੋੜ੍ਹੀ ਜਿਹੀ ਮੈਂ ਤੁਹਾਨੂੰ ਇੱਥੇ ਕਹਾਣੀ ਸੁਣਾ ਦਿੰਦਾ ਜੀ। ਪਹਿਲੇ ਗੱਲ ਕੀ ਹੈ, ਇੰਡੋ ਗ੍ਰੀਕਸ ਇਹਦਾ ਸਹੀ ਆਨਸਰ ਆਊਗਾ। ਜੇ ਇੰਡੋ ਗ੍ਰੀਕਸ ਆਪਸ਼ਨ ਦੇ ਵਿੱਚ ਨਹੀਂ ਹੈਗਾ ਫਿਰ ਤੁਸੀਂ ਚੰਦਰਗੁਪਤ ਲਾਓਗੇ, ਠੀਕ ਹੈ ਨਾ ਗੱਲ। ਹੁਣ ਧਿਆਨ ਨਾਲ ਸੁਣੋ ਜੀ। ਦੇਖੋ, ਜਦੋਂ ਮੌਰੀਅਨ ਜਿਹੜਾ ਸਾਮਰਾਜ ਖਤਮ ਹੋਇਆ ਉਦੋਂ ਬਾਅਦ ਕੀ ਕੀਤਾ ਜੀ? ਨੈਟਿਵ ਮਤਲਬ ਕੀ ਹੈਗਾ, ਕੁਛ ਕੁ ਫੋਰਨ ਸਟੇਟਸ ਭਾਰਤ ਦੇ ਵਿੱਚ ਮਤਲਬ ਸੀਗੀਆਂ, ਉਹਨਾਂ ਨੇ ਰਾਜ ਕੀਤਾ। ਕਿਹੜੇ ਕਿਹੜੇ ਨੇ ਸੀਗੇ? 4 ਯਾਦ ਰੱਖਣੇ ਜੀ। ਇੱਕ ਇੰਡੋ ਗ੍ਰੀਕਸ, ਇੱਕ ਸ਼ਾਕਾਸ, ਠੀਕ ਹੈ, ਇੱਕ ਪਾਰਥੀਅਨਸ। ਇਹਨਾਂ ਨੂੰ ਡਿਟੇਲ ਦੇ ਵਿੱਚ ਨਹੀਂ ਪੜ੍ਹਨਾ, ਬਸ ਮੇਨ ਪੁਆਇੰਟ ਪੜ੍ਹਨੇ ਨੇ। ਇੱਕ ਲਾਸਟ ਆ ਗਿਆ ਜੀ ਕੁਸ਼ਾਨ, ਠੀਕ ਹੈ। ਆਪਾਂ ਕੁਸ਼ਾਨ ਵੰਸ਼ ਜ਼ਿਆਦਾ ਪੜ੍ਹਦੇ ਹੁੰਦੇ ਹਾਂ। ਇੰਡੋ ਗ੍ਰੀਕਸ ਦਾ ਜਿਹੜਾ ਇੱਕ ਆਪਾਂ ਫੇਮਸ ਰੂਲਰ ਪੜ੍ਹਨਾ ਜੀ ਮਨਿੰਦਰ। ਇਹਦੇ ਉੱਤੇ ਕੱਲ੍ਹ ਮੈਂ ਕੁਐਸਚਨ ਬਣਾ ਚੁੱਕਿਆ ਜੀ। ਮਨਿੰਦਰ ਦੇ ਨਾਲ ਨਾਗਸੇਨ ਦੀ ਕਨਵਰਸੇਸ਼ਨ ਹੋਈ ਸੀ, ਜਿਹਨੂੰ ਆਪਾਂ ਕੀ ਕਹਿੰਦੇ ਹਾਂ ਜੀ? ਮਿਲਿੰਦ ਪੈਨੋ ਕਹਿੰਦੇ ਹਾਂ, ਜਾਂ ਕੁਐਸਚਨਸ ਆਫ ਮਲਿੰਡਾ ਕਹਿੰਦੇ ਆ। ਸ਼ਾਕਾਸ ਦਾ ਇੱਕ ਫੇਮਸ ਰੂਲਰ ਯਾਦ ਰੱਖ ਲਓ ਜੀ, ਰੁਦਰਦਮਨ, ਠੀਕ ਹੈ। ਹੋਰ ਕੁਛ ਨਹੀਂ ਯਾਦ ਕਰਨਾ। ਪਾਰਥੀਅਨਸ ਦਾ ਇੱਕ ਰੂਲਰ ਯਾਦ ਕਰਨਾ ਜੀ, ਜਿਹਦਾ ਨਾਮ ਸੀਗਾ ਜੀ ਗੋਂਡੋਫਰਨਜ਼, ਠੀਕ ਹੈ ਜੀ ਗੱਲ, ਗੋਂਡੋਫਰਨਜ਼। ਇਹਦੇ ਸਮੇਂ ਕੀ ਹੈ ਜੀ? ਸੈਂਟ ਥੋਮਸ ਆਇਆ ਸੀਗਾ ਜੀ ਭਾਰਤ ਦੇ ਵਿੱਚ ਟੂ ਫੇਮ ਦਾ ਕ੍ਰਿਸਚੈਨਿਟੀ, ਮਤਲਬ ਕ੍ਰਿਸਚੈਨਿਟੀ ਨੂੰ ਵਧਾਉਣ ਵਾਸਤੇ। ਕੁਸ਼ਾਨ ਤੇ ਸਟਾਰ ਲਾ ਲਓ, ਇਹਦੇ 'ਤੇ ਕੁਐਸਚਨ ਬਣ ਜਾਂਦਾ ਸੀ। ਕੁਸ਼ਾਨ ਵੰਸ਼ ਦਾ ਜਿਹੜਾ ਮਤਲਬ ਮੇਨ ਰਾਜਾ ਤੁਸੀਂ ਯਾਦ ਕਰਨਾ ਹੈ ਜੀ, ਕੌਣ ਜੀ? ਕਨਿਸ਼ਕ। ਮੈਂ ਤੁਹਾਨੂੰ ਸੈਪਰੇਟਲੀ ਲਿਖਾਉਣਾ ਜੀ ਇਹਦੇ ਵਿੱਚ। ਕੁਸ਼ਾਨ ਵੰਸ਼ ਦੇ ਬਾਰੇ ਤੁਹਾਨੂੰ ਕੁਐਸਚਨ ਕੀ ਬਣ ਸਕਦਾ? ਇਹਦੇ ਨਾਲ ਸੰਬੰਧਿਤ ਤੁਸੀਂ ਕੀ ਯਾਦ ਰੱਖੋਗੇ? ਕਨਿਸ਼ਕ ਨੂੰ ਯਾਦ ਰੱਖੋਗੇ ਜੀ। ਕਨਿਸ਼ਕ ਕੀ ਹੈ ਜੀ? ਕਨਿਸ਼ਕ ਕੀ ਹੈ? ਇਹਨੂੰ ਸੈਕਿੰਡ ਅਸ਼ੋਕ ਵੀ ਕਿਹਾ ਜਾਂਦਾ ਹੈ, ਸੈਕਿੰਡ ਅਸ਼ੋਕ ਵੀ ਕਿਹਾ ਜਾਂਦਾ ਹੈ ਜੀ, ਠੀਕ ਹੈ ਜੀ ਗੱਲ। ਇਹਨੇ ਸਾਕਾ ਐਰਾ ਚਲਾਇਆ। ਸਾਕਾ ਐਰਾ ਕਦੋਂ ਜੀ? 78 AD ਦੇ ਵਿੱਚ ਚਲਾਇਆ ਸਾਕਾ ਐਰਾ, ਠੀਕ ਹੈ। ਇਸ ਦੇ ਅਨੁਸਾਰ ਦੇਸੀ ਮਹੀਨੇ ਫਸਟ ਮੰਥ ਆਫ ਈਅਰ ਕਿਹੜਾ ਸੀ ਜੀ? ਚੇਤਰ, ਜਿਹਨੂੰ ਆਪਾਂ ਚੇਤ ਕਹਿ ਦਿੰਦੇ ਹਾਂ। ਲਾਸਟ ਮੰਥ ਕਿਹੜਾ ਸੀ ਈਅਰ ਦਾ ਜੀ? ਤਾਂ ਤੁਸੀਂ ਕਹੋਗੇ ਜੀ ਫਾਲਗਨ, ਠੀਕ ਹੈ, ਜਿਹਨੂੰ ਆਪਾਂ ਫੱਗਣ ਕਹਿ ਦਿੰਦੇ ਹਾਂ, ਠੀਕ ਹੈ ਜੀ ਗੱਲ। ਯਾਦ ਰੱਖਿਓ। ਇੱਕ ਮੈਨੂੰ ਨਾ ਕੈਲੰਡਰ 'ਤੇ ਕੁਐਸਚਨ ਆ ਗਿਆ ਜੀ। ਕੈਲੰਡਰ ਦੇ ਕੁਐਸਚਨ ਪੇਪਰ 'ਚ ਪੁੱਛ ਲੈਂਦੇ, ਸਾਡਾ ਜਿਹੜਾ ਕੈਲੰਡਰ ਹੈਗਾ, ਨੈਸ਼ਨਲ ਕੈਲੰਡਰ ਆ, ਉਹ ਅਸੀਂ ਕਦੋਂ ਅਡੋਪਟ ਕੀਤਾ? ਤਾਂ ਯਾਦ ਰੱਖਿਓ, ਸੁਪਰ ਇੰਪੋਰਟੈਂਟ ਕੁਐਸਚਨ ਹੈ ਜੀ, 22 ਮਾਰਚ 1957। ਇੱਕ ਕੁਐਸਚਨ ਮੈਨੂੰ ਨਾਲ ਦੀ ਨਾਲ ਹੋਰ ਯਾਦ ਆ ਗਿਆ ਜੀ, ਸਾਡਾ ਜਿਹੜਾ ਝੰਡਾ ਅਸੀਂ ਕਦੋਂ ਅਡੋਪਟ ਕੀਤਾ? ਇਹ ਡੇਟ ਵੀ ਨਹੀਂ ਭੁੱਲਣੀ ਤੁਸੀਂ, 22 ਜੁਲਾਈ 1947, ਠੀਕ ਹੈ ਗੱਲ। ਝੰਡੇ ਦੀ ਆਪਣੀ ਰੇਸ਼ੋ ਕਿੰਨੀ ਹੈ ਜੀ? 3:2, ਠੀਕ ਹੈ। ਤਾਂ ਆਪਾਂ ਡੀਪ ਨਹੀਂ ਜਾਂਦੇ ਹੈਗੇ। ਹੋਰ ਆਪਾਂ ਕੀ ਪੜ੍ਹ ਸਕਦੇ ਹਾਂ? ਚੰਦਰਗੁਪਤ ਕੀ ਸੀਗਾ ਜੀ? ਗੁਪਤਾ ਵੰਸ਼ ਦਾ ਇੱਕ ਰਾਜਾ ਸੀਗਾ, ਠੀਕ ਹੈ ਜੀ ਗੱਲ। ਗੁਪਤ ਜਿਹੜਾ ਵੰਸ਼ ਸੀਗਾ ਉਹਦੇ ਫਾਊਂਡਰ ਕੌਣ ਸੀਗੇ? ਤਾਂ ਤੁਸੀਂ ਕਹੋਗੇ ਜੀ ਸ਼੍ਰੀ ਗੁਪਤ, ਠੀਕ ਹੈ ਜੀ ਗੱਲ। ਪਰ ਜੇ ਰੀਅਲ ਫਾਊਂਡਰ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਚੰਦਰਗੁਪਤ, ਠੀਕ ਹੈ ਜੀ ਗੱਲ। ਚੰਦਰਗੁਪਤ ਨੇ ਕੀ ਕੀਤਾ ਸੀਗਾ ਜੀ? ਕੁਮਾਰ ਦੇਵੀ ਦੇ ਨਾਲ ਕੀ ਕਰ ਲਿਆ ਸੀਗਾ? ਵਿਆਹ ਕਰ ਲਿਆ ਸੀ, ਜੋ ਕਿ ਲਿਛੇਵੀ ਪ੍ਰਿੰਸੈਸ ਸੀਗੀ, ਠੀਕ ਹੈ ਜੀ ਗੱਲ। ਅਤੇ ਉਦੋਂ ਬਾਅਦ ਕੀ ਕੀਤਾ ਸੀ ਇਹਨੇ? ਦਿਨਾਰਜ਼ ਇਸ਼ੂ ਕੀਤੇ ਸੀਗੇ, ਠੀਕ ਹੈ ਜੀ ਗੱਲ। ਦਿਨਾਰਜ਼ ਕਿਹਨੇ ਇਸ਼ੂ ਕੀਤੇ? ਜਿਹਨੂੰ ਆਪਾਂ ਗੋਲਡ ਕੋਇਨਸ ਕਹਿੰਦੇ ਹਾਂ, ਉਹ ਕਿਹਨੇ ਕੀਤੇ? ਚੰਦਰਗੁਪਤ ਨੇ। ਜੇ ਆਪਸ਼ਨ ਦੇ ਵਿੱਚ ਦੋਨੇ ਪਏ ਹੋਏ ਤਾਂ ਤੁਸੀਂ ਇੰਡੋ ਗ੍ਰੀਕਸ ਲਾ ਕੇ ਆਉਣਾ, ਪਹਿਲਾਂ ਇੰਡੋ ਗ੍ਰੀਕਸ ਨੇ ਕੀਤੇ ਸੀਗੇ, ਠੀਕ ਹੈ ਜੀ ਗੱਲ। ਤਾਂ ਧਿਆਨ ਰੱਖਿਓ, ਮੈਂ ਤੁਹਾਨੂੰ ਸਾਰੀ ਗੱਲ ਜਿਹੜੀ ਸਮਝਾ ਚੁੱਕਿਆ। ਤਾਂ ਚੌਥੀ ਆਪਸ਼ਨ ਹੈ ਜੀ ਇਹਦਾ ਸਹੀ ਆਨਸਰ ਆ ਜੂਗਾ। ਹੂ ਵਾਜ਼ ਦਾ ਲਾਸਟ ਰੂਲਰ ਆਫ ਮੌਰਿਆ ਡਾਇਨੈਸਟੀ? ਮੌਰਿਆ ਵੰਸ਼ ਦਾ ਲਾਸਟ ਰਾਜਾ ਕੌਣ ਸੀ? ਬਹੁਤੇ ਬੱਚੇ ਇਸ ਵਿੱਚ ਕੱਚਾ ਖਾਣਗੇ ਜੀ, ਠੀਕ ਹੈ। ਕਿਵੇਂ? ਦੇਖੋ, ਗਲਤ ਕਰਨਗੇ ਉਹ ਅਸ਼ੋਕ ਲਾ ਕੇ ਆਉਣਗੇ, ਠੀਕ ਹੈ ਜੀ ਗੱਲ, ਜਿਹੜਾ ਕਿ ਗਲਤ ਹੋ ਜਾਊਗਾ। ਮੌਰਿਆ ਵੰਸ਼ ਦਾ ਜਿਹੜਾ ਲਾਸਟ ਰੂਲਰ ਸੀਗਾ ਉਹ ਕੌਣ ਸੀਗਾ ਜੀ? ਬ੍ਰਿਹਦਰਥ ਸੀਗਾ, ਠੀਕ ਹੈ। ਮੌਰਿਆ ਵੰਸ਼ ਜਿਹੜਾ ਮਤਲਬ ਖਤਮ ਹੁੰਦਾ ਕਦੋਂ ਹੁੰਦਾ ਜੀ? 184 BC ਦੇ ਵਿੱਚ ਹੁੰਦਾ। ਮੌਰਿਆ ਵੰਸ਼ ਦੇ ਸੰਸਥਾਪਕ ਕੌਣ ਸੀ? ਤੁਸੀਂ ਕਹੋਗੇ ਜੀ ਚੰਦਰਗੁਪਤ ਮੌਰਿਆ। ਚੰਦਰਗੁਪਤ ਨੂੰ ਮੌਰਿਆ ਨੂੰ ਲੈ ਕੇ ਆਉਣ ਵਾਲਾ ਕੌਣ ਸੀਗਾ ਜੀ? ਕਟੱਲਿਆ। ਕਟੱਲਿਆ ਦਾ ਹੋਰ ਨਾਮ ਕੀ ਹੈ ਜੀ? ਤੁਸੀਂ ਕਹੋਗੇ ਜੀ ਵਿਸ਼ਨੂਗੁਪਤ, ਠੀਕ ਹੈ ਜੀ। ਵਿਸ਼ਨੂਗੁਪਤ ਦਾ ਹੋਰ ਕੀ ਨਾਮ ਹੈ ਜੀ? ਚਾਣਕਿਆ, ਠੀਕ ਹੈ ਜੀ ਗੱਲ। ਤਾਂ ਤਿੰਨੇ ਨਾਮ ਕਿਹਦੇ ਨੇ ਜੀ? ਇੱਕੋ ਹੀ ਬੰਦੇ ਦੇ ਨੇ, ਕਟੱਲਿਆ, ਵਿਸ਼ਨੂਗੁਪਤ ਤੇ ਚਾਣਕਿਆ। ਚਾਣਕਿਆ ਦੀ ਤੁਸੀਂ ਕਿਤਾਬ ਨਹੀਂ ਭੁੱਲਣੀ ਜੀ, ਕਿਹੜੀ? ਅਰਥ ਸ਼ਾਸਤਰ, ਠੀਕ ਹੈ। ਧਿਆਨ ਰੱਖਿਓ, ਇੰਪੋਰਟੈਂਟ ਆ। ਅਰਥ ਸ਼ਾਸਤਰ ਇਹ ਬੇਸਿਕਲੀ ਇਕਨੋਮਿਕਸ 'ਤੇ ਡਿਪੈਂਡ ਨਹੀਂ ਹੈਗੀ। ਇਹ ਪੇਪਰ 'ਚ ਵੀ ਪੁੱਛ ਲੈਂਦੇ ਆ ਕਿ ਅਰਥ ਸ਼ਾਸਤਰ ਬੁੱਕ ਕਿਹਦੇ ਬਾਰੇ ਦੱਸਦੀ ਹੈ, ਤਾਂ ਆਪਸ਼ਨ 'ਚ ਪਾਇਆ ਪਿਆ ਹੋਊਗਾ, ਮਤਲਬ ਇੱਕ ਤਰ੍ਹਾਂ ਦਾ ਕੀ ਹੈ ਜੀ, ਮਤਲਬ ਇਕਨੋਮਿਕਸ ਦੇ ਉੱਤੇ ਬੁੱਕ ਹੈਗੀ ਇਹ। ਨਹੀਂ ਜੀ, ਇਕਨੋਮਿਕਸ 'ਤੇ ਨਹੀਂ ਹੈਗੀ। ਬੇਸਿਕਲੀ ਇਹਦੇ ਵਿੱਚ ਦੱਸਿਆ ਹੋਇਆ ਤੁਸੀਂ ਆਪਣਾ ਰਾਜ ਭਾਗ ਹੈ ਜਿਹੜਾ ਉਹ ਕਿਵੇਂ ਚਲਾਉਣਾ, ਠੀਕ ਹੈ ਗੱਲ ਜੀ। ਅਤੇ ਚੰਦਰਗੁਪਤ ਮੌਰਿਆ ਤੋਂ ਬਾਅਦ ਕੌਣ ਆਉਂਦਾ ਜੀ? ਬਿੰਦੂਸਾਰ ਆਉਂਦਾ। ਬਿੰਦੂਸਾਰ ਤੋਂ ਬਾਅਦ ਕੌਣ ਆਉਂਦਾ ਜੀ? ਤੁਸੀਂ ਯਾਦ ਰੱਖੋਗੇ ਅਸ਼ੋਕ ਆਉਂਦਾ। ਅਸ਼ੋਕ ਨੇ ਕੀ ਕੀਤਾ ਸੀਗਾ? ਥੋੜ੍ਹਾ ਜਿਹਾ ਮੈਂ ਤੁਹਾਨੂੰ ਅਸ਼ੋਕ ਦੇ ਬਾਰੇ ਪੜ੍ਹਾ ਦਿੰਦਾ ਜੀ, ਕਿਉਂਕਿ ਮੌਰਿਆ ਵੰਸ਼ ਦਾ ਇੰਪੋਰਟੈਂਟ ਹੈ ਜੀ। ਅਸ਼ੋਕ ਸੀਗਾ ਜਿਹੜਾ, ਉਹ ਕਿੱਥੋਂ ਦਾ ਗਵਰਨਰ ਸੀ ਰਾਜਾ ਬਣਨ ਤੋਂ ਪਹਿਲਾਂ? ਤਾਂ ਤੁਸੀਂ ਕਹੋਗੇ ਜੀ ਉਜੈਨ ਐਂਡ ਤਕਸ਼ੀਲਾ ਦਾ ਕੀ ਸੀਗਾ ਜੀ? ਇਹ ਗਵਰਨਰ ਸੀਗਾ। ਇਹਨੇ ਆਪਦੇ 99 ਭਰਾ ਮਾਰਤੇ ਸੀਗੇ, ਸਿਰਫ ਅਤੇ ਸਿਰਫ ਕਿਹਨੂੰ ਛੱਡਿਆ ਸੀਗਾ ਜੀ? ਤਿਸ਼ਿਆ ਨੂੰ ਛੱਡਿਆ ਸੀਗਾ, ਠੀਕ ਹੈ ਜੀ ਗੱਲ। ਅਸ਼ੋਕ ਨੇ ਕੀ ਕੀਤਾ ਸੀਗਾ ਜੀ? 261 BC ਦੇ ਵਿੱਚ ਕੀ ਲੜੀ ਸੀ ਜੀ? ਕਲਿੰਗਾ ਵਾਰ ਲੜੀ ਸੀ, ਕਲਿੰਗਾ ਯੁੱਧ ਲੜਿਆ ਸੀਗਾ, ਠੀਕ ਹੈ। ਕਲਿੰਗਾ ਯੁੱਧ ਤੋਂ ਬਾਅਦ ਇਹਨੇ ਕੀ ਕੀਤਾ ਸੀ ਜੀ? ਵੈਰੀ ਘੋਸ਼ਾ ਨੂੰ ਤਬਦੀਲ ਕੀਤਾ ਸੀਗਾ, ਕਾਹਦੇ 'ਚ? ਧਰਮ ਘੋਸ਼ਾ 'ਚ, ਠੀਕ ਹੈ ਜੀ ਗੱਲ। ਮਤਲਬ ਲੜਾਈ ਨੂੰ ਕਾਹਦੇ 'ਚ ਤਬਦੀਲ ਕਰਤਾ ਸੀ? ਧਰਮ ਦੇ ਵਿੱਚ ਤਬਦੀਲ ਕਰਤਾ ਸੀ, ਕਿਉਂਕਿ ਬਹੁਤ ਮਾਰ ਧਾੜ ਹੋ ਗਈ ਸੀ, ਉਹ ਤੋਂ ਪ੍ਰਭਾਵਿਤ ਹੋ ਗਿਆ ਸੀਗਾ ਇਹ। ਅਤੇ ਉਦੋਂ ਬਾਅਦ ਇਹਨੇ ਕੀ ਕੀਤਾ ਸੀਗਾ ਜੀ? ਧਰਮ ਅਪਣਾ ਲਿਆ ਸੀਗਾ, ਬੁੱਧ ਧਰਮ। ਪੇਪਰ 'ਚ ਪੁੱਛ ਲੈਂਦੇ ਆ ਕਿ ਅਸ਼ੋਕ ਨੇ ਕਿਹੜਾ ਧਰਮ ਅਪਣਾਇਆ? ਤੁਸੀਂ ਕਹੋਗੇ ਜੀ ਬੁੱਧ ਧਰਮ, ਠੀਕ ਹੈ ਜੀ ਗੱਲ। ਤਾਂ ਕਿਹਨੇ ਮਤਲਬ ਇਹਨੂੰ ਪ੍ਰਭਾਵਿਤ ਕੀਤਾ? ਤਾਂ ਤੁਸੀਂ ਕਹੋਗੇ ਜੀ ਉਪਗੁਪਤ,
ठीक है जी गल ध्यान रखियो। तो अशोक ने अपने पुत्र मਹਿੰਦਰ ਤੇ अपनी पुत्री जिहदा नाम सीगा जी संघमित्रा ठीक है कित्थे भेजे इन्हों बुद्ध धर्म के प्रचार लिए जी सैलोन। सैलोन अज का श्रीलंका ठीक है। तो याद रखोगे बृहदरथ की आजूगा जी इसका सही आंसर आ जाऊगा। पुष्यमित्र सुंगा ऑप्शन के पिया जी ये किहड़ी डायनेस्टी का फाउंडर सीगा जी तुसीं कहोगे जी सुंग वंश का सीगा जी ठीक है जी गल। अशोक मैं तुहानूं दस ही चुक्या बृहदरथ सारा कुछ मैं तुहानूं दस चुक्या तो इसका जिहड़ा सही आंसर आ जाऊगा बृहदरथ सही आंसर है। हू फाउंडड द नालंदा यूनीवर्सिटी सुपर इंपॉर्टेंट है। नालंदा यूनीवर्सिटी किने बनाई है जी तो तुसीं याद रखोगे कुमार गुप्त राजे ने की है जी नालंदा यूनीवर्सिटी बनाई है। एक गल होर याद रख लो जी गुप्त वंश वेले ह्यून्स के अटैक होने लग गए थे। ह्यून्स एक ट्राइब है कबीला है जी ठीक है उन्हें अटैक करने मतलब करते थे शुरू ठीक है। तो सारे नालों पहली बार जिहड़ा ह्यून्स का अटैक होया किहड़े राज के समय दौरान होया सी वो भी कुमार गुप्त के समय होया सी ठीक है जी गल। गुप्ता वंश का जिहड़ा फाउंडर सी कौन सी तुसीं कहोगे जी श्रीगुप्त सीगा। श्रीगुप्त तो बाद कौन आया जी घटोत्कच ठीक है। बच्चों याद रखो ये गल्लां एवें ना जाणिओ ठीक है लिखी चलिओ ध्यान दें रिपीट करी चलिओ ठीक है। तो गोल्डन एज ऑफ हिंदू रिलीजन किहड़े किहनूं कहा जाता जी तो गुप्ता वंश नूं ही कहा जाता गुप्त अंपायर नूं ही कहा जाता है। गुप्त अंपायर जिहड़ा चलिया वो 319 तो 540-50 तक चलिया अप्रोक्सीमेशन कई किताबों कुछ होर लिखा होया ठीक है 540 लिखा होया कई 550 लिखा होया ठीक है। तो ये कोई माड़ा मोटा फर्क नहीं पैंदा। तो उदों बाद की है जी रियल फाउंडर गुप्त वंश का कौन सी चंद्रगुप्त पहला सीगा इन्हें दिनार चलाई सी मैं दस चुक्या जी ठीक है। उदों बाद जिहड़ा राजा बनया वो कौन बनया जी समुद्रगुप्त ठीक है। समुद्रगुप्त के उत्ते क्वेश्चन बहुत आउंदा एक ही क्वेश्चन आउंदा जी किहड़ा नैपोलीयन ऑफ इंडिया कहा जाता किनूं समुद्रगुप्त नूं ठीक है जी गल। ये कहा किने सीगा तो तुसीं याद रखोगे V.A. स्मिथ ने कहा सी नैपोलीयन ऑफ इंडिया किनूं समुद्रगुप्त नूं ठीक है। समुद्रगुप्त का एक की है जी तुसीं इंस्क्रिप्शन याद रखनी है जी किहड़ी इलाहाबाद पिलर इंस्क्रिप्शन जिन्हों प्रयाग प्रस्ती कह देंगे ने ठीक है जी गल। तो समुद्रगुप्त तो बाद राजा जिहड़ा बनया वो कौन बनया जी तुसीं कहोगे रामगुप्त बनया। रामगुप्त एक कमज़ोर राजा सीगा ठीक है जिन्हों की है जी उस तो बाद किने मारता जी चंद्रगुप्त टू ने। चंद्रगुप्त टू भी सुपर इंपॉर्टेंट है पेपर च आ जाता है जी। चंद्रगुप्त टू इन्हें की कीता सीगा जी सिल्वर कॉइनस इशू किए सीगे जिन्हों आपां की कहने जी रुपैका ना कि रुपया। रुपैका याद रखना है जी रुपैका ठीक है। तो रामगुप्त ने किहड़े इशू किए सीगे जी तुसीं कहोगे जी कॉपर कॉइनस। बच्चों इंपॉर्टेंट है ये एवें ना जाने उन्होंने चीज़ नूं ठीक है। चंद्रगुप्त टू वेले मतलब की है जी 9 की हुंदे सी इहदे जर्म्स हुंदे सी मतलब आपां कह दईए 9 जिवें अकबर की कोर्ट दे विच नहीं हुंदे सीगे 9 रतन तो उवें इहदे विच भी की है जी 9 रतन हुंदे सीगे ठीक है जी गल। चंद्रगुप्त टू नूं होर किहड़े नाम नाल जाणिया जांदा है जी सुपर इंपॉर्टेंट है विक्रमादित्य ठीक है जी गल। तो याद रखोगे इंपॉर्टेंट है होर नहीं मैं डिस्कशन करूँगा ये संबंधित क्योंकि फिर तो आप मतलब होर क्वेश्चन टू क्वेश्चन बनी जाऊगा सैशन लंबा हो जाऊगा ठीक है जी। चलते हैं नैक्सट क्वेश्चन वाल। फस्ट मुस्लिम इन्वेडर टू इन्वेड इंडिया सुपर इंपॉर्टेंट क्वेश्चन PSPCL का क्वेश्चन है जी पिछली बार का। तो पहले मुस्लिम इन्वेडर टू इन्वेड इंडिया मतलब पहला मुस्लिम जिन्हें भारत उत्ते अटैक किया तो तुसीं याद रखोगे देखो पता की है इस क्वेश्चन के पक्का 100% बच्चे की लाउणगे महमूद गजनी भी लाएंगे पर गलत हो जाऊगा। मुहम्मद बिन कासिम ने की कीता सी जी अटैक किया 712 AD दे विच ठीक है जी गल। मुहम्मद बिन कासिम तो बाद महमूद गजनवी ने किया 17 रेड्स मारियां सीगियां। कल मैं रेड्स के उत्ते क्वेश्चन कराया सीगा जी दूजी 6वीं 16वीं ते 17वीं तुसीं याद रखनी है। 16वीं जिहड़ी हमला सीगा वो काहदे उत्ते सीगा जी सोमनाथ टैंपल के उत्ते 1025 AD दे विच महमूद गजनवी दे नाल 3 बंदे आए सी अलबरूनी उतबी ते फिरदौजी। अलबरूनी की किताब नहीं भुलनी तुसीं किताब उल हिंद ठीक है। फिरदौजी की किताब नहीं भुलनी तुसीं शाहनामा ठीक है। तो याद रखियो महमूद गौरी उदों बाद आया सी जिन्हें कि 2 लड़ाइयां लड़ियां फस्ट बैटल ऑफ तराण ते सैकेंड बैटल ऑफ तराण किहदे नाल पृथ्वीराज चौहान दे नाल। पहली च पृथ्वीराज चौहान जित गया दूजी दे विच पृथ्वीराज चौहान हार गया ठीक है जी गल। महमूद गजनवी का पेपर च पुछ लैंदा मेन मकसद भारत दे विच आउणा की सी तो सिर्फ लुट्टां खूहां करना सी प्लंडरिंग करना सी। पर महमूद गौरी का मकसद इस तो उल्ट सीगा वो भारत दे विच राज करना चाहुंदा सी ठीक है। तो ध्यान रखियो सही आंसर जिहड़ा आऊगा तो मुहम्मद बिन कासिम आऊगा ठीक है जी। हू वाज द फस्ट गवर्नर ऑफ पुर्तगीज। देखो जी गल पुर्तगीज जो भारत आए ने तो कदों आए ने जी 1498 के आए ने ठीक है जी गल। सारे नालों पहली बार भारत च कौन आया तो पुर्तगाली आए ने ठीक है। पेपर च एक क्वेश्चन होर बना लेंगे कि सारे नालों लास्ट में भारत चो कौन गया। बहुते बच्चे कहते हैं अंग्रेज गए नहीं जी सारे नालों लास्ट के कौन गए है जी पुर्तगाली ही गए ने ठीक है। कदों 1961 के कित्थे बैठे सी गोवा दमन दीव की किया सी तो मतलब जो आप स्टेट रीऑर्गनाइजेशन एक्ट तो बाद उदों बाद की किया जी गोवा छड़वाया गया सी ठीक है। तो इन्हें हुण इत्थे क्वेश्चन की पूछा जी फस्ट गवर्नर पुर्तगालियां का कौन सी तो
ਤਾਂ ਫਰਾਂਸਿਸਕੋ ਡੀ ਐਲਮੀਡੀਆ ਇਹਦਾ ਜਿਹੜਾ ਹੈਗਾ ਜੀ ਉਹ ਸਹੀ ਆਨਸਰ ਹੈ। ਪੁਰਤਗਾਲੀਆਂ ਨੇ ਆਪਦੀ ਜਿਹੜੀ ਪਹਿਲੀ ਕੈਪੀਟਲ ਬਣਾਈ ਸੀ ਉਹ ਕਿਹੜੀ ਬਣਾਈ ਸੀ, ਕੋਚੀਨ ਬਣਾਈ ਸੀ, ਪਰ ਉਦੋਂ ਬਾਅਦ ਇਹ ਸ਼ਿਫਟ ਕਰਤੀ ਸੀ ਕਿ ਕਿੱਥੇ ਕਰਤੀ ਸੀ ਜੀ, ਗੋਆ। ਠੀਕ ਹੈ, ਤਾਂ ਇੰਨੀ ਗੱਲ ਤੁਸੀਂ ਯਾਦ ਰੱਖ ਲਿਓ। ਠੀਕ ਹੈ, ਪੁਰਤਗਾਲੀ ਕਦੋਂ ਆਏ ਭਾਰਤ, 1498 ਦੇ ਵਿੱਚ। ਠੀਕ ਹੈ, ਉਦੋਂ ਬਾਅਦ ਕੌਣ ਆਏ ਜੀ, ਡੱਚ ਆਏ ਕਦੋਂ, 1602 ਦੇ ਵਿੱਚ। ਉਦੋਂ ਬਾਅਦ ਕੌਣ ਆਏ, ਇੰਗਲਿਸ਼ ਆਏ ਜੀ ਕਦੋਂ, 1608 ਦੇ ਵਿੱਚ। ਫਿਰ ਫਰੈਂਚ ਆਏ ਜੀ ਕਿੰਨੇ 'ਚ, 1664 ਦੇ ਵਿੱਚ। ਠੀਕ ਹੈ, ਤਾਂ ਇਹ ਸਾਰੀਆਂ ਗੱਲਾਂ ਯਾਦ ਰੱਖੋਗੇ। ਥੋਮਸ ਰਾਏ ਕੀ ਹੈ ਜੀ, ਜਹਾਂਗੀਰ ਦੀ ਕੋਰਟ ਦੇ ਵਿੱਚ ਆਇਆ ਸੀਗਾ। ਠੀਕ ਹੈ ਜੀ ਗੱਲ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਹੂ ਰੋਟ ਦਾ ਬੁੱਕ ਵੈਲਥ ਆਫ ਨੇਸ਼ਨਸ, ਸੁਪਰ ਇੰਪੋਰਟੈਂਟ ਬੁੱਕ ਹੈ। ਕਿਤਾਬਾਂ ਬੱਚਿਓ ਪੱਕੀ ਇੱਕ ਪੇਪਰ ਦੇ ਵਿੱਚ ਆਉਂਦੀ ਹੈ, ਚਾਹੇ ਉਹ ਕਿਸੇ ਬਾਹਰਲੇ ਰਾਈਟਰ ਦੀ ਆ ਜਾਏ, ਭਾਵੇਂ ਕਿਸੇ ਮਤਲਬ ਕੋਈ ਇੰਡੀਅਨ ਰਾਈਟਰ ਦੀ ਆ ਜਾਏ। ਬੇਸਿਕਲੀ ਤੁਸੀਂ ਪਹਿਲਾਂ ਇੰਡੀਅਨ ਰਾਈਟਰਸ ਦੀ ਯਾਦ ਕਰੋ, ਜਿਵੇਂ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਦਾਦਾ ਭਾਈ ਨਹਿਰੂ ਜੀ, ਆਰ.ਸੀ. ਦੱਤ, ਐਨੀ ਬੇਸੰਤ, ਬਾਲ ਗੰਗਾਧਰ ਤਿਲਕ, ਇਹਨਾਂ ਦੀਆਂ ਸਾਰੀਆਂ ਯਾਦ ਕਰ ਲਓ। ਪਹਿਲਾਂ ਆਪਾਂ ਇਹਦਾ ਜਵਾਬ ਲੈ ਲੈਂਦੇ ਜੀ। ਬੁੱਕ ਵੈਲਥ ਆਫ ਨੇਸ਼ਨ ਕਿਹਨੇ ਲਿਖੀ ਹੈ ਜੀ, ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਜੀ ਉਹ ਐਡਮ ਸਮਿਥ ਆਊਗਾ ਜੀ। ਐਡਮ ਸਮਿਥ ਨੂੰ ਹੋਰ ਕੀ ਕਿਹਾ ਜਾਂਦਾ ਜੀ, ਫਾਦਰ ਆਫ ਇਕਨੋਮਿਕਸ ਕਿਹਨੂੰ ਕਿਹਾ ਜਾਂਦਾ ਜੀ, ਐਡਮ ਸਮਿਥ ਨੂੰ। ਕਾਰਲ ਮਾਰਕਸ ਦੀ ਤੁਸੀਂ ਕਿਤਾਬ ਯਾਦ ਰੱਖਣੀ ਹੈ ਜੀ, ਕਿਹੜੀ, 10 ਕੈਪੀਟਲ। ਠੀਕ ਹੈ, 10 ਕੈਪੀਟਲ ਕਿਹਦੀ ਕਿਤਾਬ ਹੈ ਜੀ, ਕਾਰਲ ਮਾਰਕਸ ਦੀ ਹੈ। ਮਾਈਕਲ ਜੈਕਸਨ ਆਪਸ਼ਨ ਦੇ ਵਿੱਚ ਪਿਆ, ਇਹਦੀ ਜਿਹੜੀ ਕਿਤਾਬ ਹੈ ਜੀ ਉਹ ਕਿਹੜੀ ਹੈ ਜੀ, ਮੂਨ ਵਾਕ। ਠੀਕ ਹੈ, ਤਾਂ ਰਜਿੰਦਰ ਪ੍ਰਸਾਦ ਦੀ ਕਿਹੜੀ ਕਿਤਾਬ ਹੈ ਜੀ, ਤੁਸੀਂ ਯਾਦ ਰੱਖਣੀ, ਇੰਡੀਆ ਡਿਵਾਈਡਡ ਕਿਹਦੀ ਕਿਤਾਬ ਹੈ ਜੀ, ਰਜਿੰਦਰ ਪ੍ਰਸਾਦ ਦੀ। ਭਾਰਤ ਦੇ ਪਹਿਲੇ ਰਾਸ਼ਟਰਪਤੀ ਇਹ ਸੀਗੇ ਜੀ, ਕੌਂਸਟੀਟਿਊਂਟ ਅਸੈਂਬਲੀ ਦੇ ਪਰਮਾਨੈਂਟ ਪ੍ਰੈਜ਼ੀਡੈਂਟ ਇਹ ਸੀਗੇ ਜੀ। ਠੀਕ ਹੈ ਜੀ ਗੱਲ। ਅਤੇ ਹੋਰ ਆਪਾਂ ਕੀ ਯਾਦ ਰੱਖ ਸਕਦੇ ਹਾਂ, ਕਿਤਾਬਾਂ ਹੀ ਯਾਦ ਰੱਖ ਸਕਦੇ ਹਾਂ। ਹੋਰ ਆਪਾਂ ਇੱਕ ਸਚਿਨ ਤੰਦੂਲਕਰ ਦੀ ਯਾਦ ਰੱਖ ਲਓ ਜੀ, ਪਲੇਇੰਗ ਇਟ ਮਾਈ ਵੇ ਕਿਹਦੀ ਕਿਤਾਬ ਹੈ ਜੀ, ਸਚਿਨ ਤੰਦੂਲਕਰ ਦੀ ਹੈ। ਤੁਸੀਂ ਹੋਰ ਇੱਕ ਜਿਹਨੇ 1983 ਦਾ ਵਰਲਡ ਕੱਪ ਜਿਤਾਇਆ ਸੀ, ਕਪਿਲ ਦੇਵ ਦੀ ਕਿਤਾਬ ਯਾਦ ਰੱਖ ਸਕਦੇ ਹੋ ਜੀ, ਸਟੇਟ ਫਰੋਮ ਹਰਟ ਕਿਹਦੀ ਕਿਤਾਬ ਹੈ ਜੀ, ਕਪਿਲ ਦੇਵ ਦੀ ਕਿਤਾਬ ਹੈ। ਹੋਰ ਆਪਾਂ ਕਿਹਦੀ ਕਿਤਾਬ ਯਾਦ ਰੱਖ ਸਕਦੇ ਹਾਂ ਜੀ, ਇੱਕ ਤੁਸੀਂ ਡਿਸਕਵਰੀ ਆਫ ਇੰਡੀਆ ਯਾਦ ਰੱਖ ਲਿਓ, ਕਿਹਦੀ ਹੈ ਜੀ, ਜਵਾਹਰ ਲਾਲ ਨਹਿਰੂ ਦੀ ਹੈ। ਇੱਕ ਤੁਸੀਂ ਵੋਇਸ ਆਫ ਇੰਡੀਆ ਯਾਦ ਰੱਖ ਸਕਦੇ ਹੋ ਜੀ। ਠੀਕ ਹੈ, ਵੋਇਸ ਆਫ ਇੰਡੀਆ। ਰਾਸਤ ਗਫਤਾਰ ਯਾਦ ਰੱਖ ਸਕਦੇ ਹੋ ਜੀ, ਪਾਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ। ਇਹ ਤਿੰਨੇ ਕਿਤਾਬਾਂ ਕਿਹਦੀਆਂ ਨੇ ਜੀ, ਦਾਦਾ ਭਾਈ ਨਹਿਰੂ ਜੀ ਦੀਆਂ ਨੇ। ਠੀਕ ਹੈ ਜੀ ਗੱਲ। ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਹਾ ਜਾਂਦਾ ਇਹਨਾਂ ਨੂੰ। ਠੀਕ ਹੈ, ਬਾਲ ਗੰਗਾਧਰ ਤਿਲਕ ਦੀ ਕੇਸਰੀ ਅਤੇ ਮਰਾਠਾ ਇਹ ਯਾਦ ਰੱਖ ਸਕਦੇ ਹੋ। ਕੇਸਰੀ ਕਿਹੜੀ ਭਾਸ਼ਾ 'ਚ ਸੀ, ਮਰਾਠੀ ਭਾਸ਼ਾ 'ਚ ਸੀ। ਮਰਾਠਾ ਕਿਹੜੀ 'ਚ ਸੀ, ਇੰਗਲਿਸ਼ ਭਾਸ਼ਾ 'ਚ ਸੀ। ਠੀਕ ਹੈ, ਪੇਪਰ 'ਚ ਪੁੱਛਣਗੇ। ਠੀਕ ਹੈ, ਅਤੇ ਹੋਰ ਆਪਾਂ ਕਿਹੜੀਆਂ ਯਾਦ ਕਰ ਸਕਦੇ ਹਾਂ ਜੀ, ਮਾਈ ਐਕਸਪੈਰੀਮੈਂਟ ਵਿਦ ਟਰੁੱਥ ਇਹ ਕਿਹਦੀ ਹੈ ਜੀ, ਤਾਂ ਸਾਰਿਆਂ ਨੂੰ ਪਤਾ ਹੋਊ, ਮਹਾਤਮਾ ਗਾਂਧੀ ਦੀ ਹੈ। ਠੀਕ ਹੈ ਜੀ ਗੱਲ। ਅਨਟੂ ਦਿਸ ਲਾਸਟ ਇਹ ਨਹੀਂ ਤੁਸੀਂ ਭੁੱਲਣੀ ਹੈਗੀ ਜੀ, ਅਨਟੂ ਦਿਸ ਲਾਸਟ ਕਿਹਦੀ ਹੈ ਜੀ, ਜੌਹਨ ਰਸਕੀਨ ਦੀ ਹੈ। ਠੀਕ ਹੈ, ਇੱਕ ਹੋਰ ਯਾਦ ਰੱਖ ਲਿਓ, ਦਾ ਇੰਡੀਅਨ ਸਟਰਗਲ ਕਿਹਦੀ ਹੈ ਜੀ, ਸੁਭਾਸ਼ ਚੰਦਰ ਬੋਸ ਦੀ ਹੈ। ਪੇਪਰ 'ਚ ਇੱਕ ਨਾ ਸੁਪਰ ਇੰਪੋਰਟੈਂਟ ਕੁਐਸਚਨ ਆ ਜਾਂਦਾ ਹੈ ਕਿ 1947 ਵੇਲੇ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਦੋਂ ਆਪਣੇ ਜਿਹੜੇ INC ਦੇ ਲਾਸਟ ਪ੍ਰੈਜ਼ੀਡੈਂਟ ਕੌਣ ਸੀ, JB ਕਿਰਪਲਾਨੀ ਦੀ ਵਾਈਫ ਦਾ ਨਾਮ ਕੀ ਸੀਗਾ ਜੀ, ਸੁਚੇਤਾ ਕਿਰਪਲਾਨੀ, ਜਿਹੜੇ ਕਿ ਫਸਟ CM ਆਫ ਇੰਡੀਆ ਰਹੇ ਨੇ, ਕਿਹਦੇ, UP ਦੇ। ਪਹਿਲੇ CM ਕੌਣ ਸੀਗੇ ਜੀ, ਵੂਮੈਨ CM ਆਫ ਮਤਲਬ ਕੌਣ ਸੀਗੇ ਇੰਡੀਆ ਦੇ, ਸੁਚੇਤਾ ਕਿਰਪਲਾਨੀ UP ਦੇ ਬਣੇ ਸੀਗੇ। ਠੀਕ ਹੈ ਨਾ ਗੱਲ। ਅਤੇ ਧਿਆਨ ਰੱਖਿਓ, ਤਾਂ ਇਹਦਾ ਜਿਹੜਾ ਸਹੀ ਆਨਸਰ ਆ ਜਾਊਗਾ ਜੀ ਉਹ ਆ ਜਾਊਗਾ ਜੀ ਐਡਮ ਸਮਿਥ। ਇੱਕ ਨਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਦੱਸ ਦਿੰਦਾ, ਇੱਕ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋਗੇ ਭੂਦਾਨ ਮੂਵਮੈਂਟ ਦੇ ਨਾਲ ਕੌਣ ਸੰਬੰਧ ਸੀਗਾ। ਮੈਂ ਪੰਜਾਬੀ 'ਚ ਲਿਖਦਾ ਜੀ, ਭੂਦਾਨ ਮੂਵਮੈਂਟ ਦੇ ਨਾਲ ਕੌਣ ਸੰਬੰਧਿਤ ਸੀਗਾ, ਤਾਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ। ਠੀਕ ਹੈ ਜੀ ਗੱਲ। ਅਤੇ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਤਾਂ ਇੱਥੇ ਆਪਾਂ ਆਪਣੇ ਸੈਸ਼ਨ ਦਾ ਅੰਤ ਕਰਦੇ ਹਾਂ। ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ। ਬਹੁਤ ਮਿਹਨਤ ਦੇ ਨਾਲ ਮੈਂ ਇਹ ਪ੍ਰੈਕਟਿਸ ਸੈੱਟ ਬਣਾ ਰਿਹਾ, ਅਤੇ ਸ਼ੇਅਰ ਦੇ ਨਾਲ ਹੈ ਜਿਹੜਾ ਉਹ ਕੀ ਹੈ ਜੀ, ਕਮੈਂਟ ਵੀ ਜ਼ਰੂਰ ਕਰਿਆ ਕਰੋ। ਜੇਕਰ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਉਹ ਵੀ ਜ਼ਰੂਰ ਦੱਸੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਪੜ੍ਹਦੇ ਰਹੋ ਅਤੇ ਸਾਰੇ ਮਿਹਨਤ ਕਰਦੇ ਰਹੋ।